ਤੇ ਮੈਂ ਕਿਹਾ ਸੀਮਾ ਹੁਣ ਆ ਜਿਹੜਾ ਚੂੜਾ ਨਾ ਇਹਨੂੰ ਵੀ ਤੋੜ ਕੇ ਤੇ ਦਰਿਆ 'ਚ ਸੁੱਟ ਦੇ, ਇਹਦਾ ਕੰਮ ਖਤਮ ਹੋ ਗਿਆ। ਉਹ ਚੁੱਪ ਜਿਹਾ ਕਰ ਗਈ ਤੇ ਅਸਲ ਵਿੱਚ ਮੈਨੂੰ ਨਹੀਂ ਪਤਾ ਇਹ ਗੱਲ ਦਾ। ਤੇ ਚੁੱਪ ਜਿਹੀ ਕਰਕੇ ਤੇ ਮੁੜ ਕੇ ਇੱਕਦਮ ਰੋਣ ਲੱਗ ਪਈ ਉਸ ਚੀਜ਼ 'ਚ। ਉਹਨੂੰ ਕਹਿਣ ਲੱਗੀ ਮੈਂ ਕਿਹਾ ਖਰਾ ਮੇਰੇ ਕੋਲ ਕੀ ਗਲਤੀ ਹੋ ਗਈ, ਮੈਂ ਤਾਂ ਆਖਿਆ ਕੁਛ ਨਹੀਂ। ਮੈਂ ਤਾਂ ਇਹੋ ਗੱਲ ਆਖੀ ਵੀ ਚੂੜਾ ਜਿਹੜਾ ਇਹਨੂੰ ਭਰ ਕੇ ਜਾਂ ਤੋੜ ਕੇ ਜਾਂ ਲਾ ਕੇ ਇਹ ਦਰਿਆ 'ਚ ਸੁੱਟ ਦੇ। ਤੇ ਮੈਨੂੰ ਕਹਿਣ ਲੱਗੀ ਇਹ ਵੈਰੀਆ ਦੁਸ਼ਮਣਾ, ਇਹੋ ਹੀ ਸ਼ਬਦ ਨੇ ਵਰਤੇ, ਦੁਸ਼ਮਣਾ ਤੈਨੂੰ ਪਤਾ ਚੂੜਾ ਕੌਣ ਲਾਉਂਦੀਆਂ ਨੇ। ਫਿਰ ਮੇਰੇ ਦਿਮਾਗ 'ਚ ਆਈ ਗੱਲ, ਚੂੜਾ ਤੇ ਭਾਂਦੀਆਂ ਲਾਉਂਦੀਆਂ ਨੇ ਜਿਹੜੀਆਂ ਵਿਧਵਾ ਹੋ ਜਾਣ। ਤੇ ਫਿਰ ਉਹਨੇ ਜਾ ਕੇ ਚੂੜਾ ਸਾਰਾ ਲਾ ਕੇ ਭੰਨ ਕੇ ਸੁੱਟਤਾ ਰਾਵੀ 'ਚ। ਪਰ ਦੋ ਚੂੜੀਆਂ ਕਹਿੰਦੀ ਵੀ ਮੈਂ ਰੱਖਣੀਆਂ ਨੇ ਆਪਣੇ ਨਿਕਾਹ ਦੀ ਨਿਸ਼ਾਨੀ। ਕਿ ਤੂੰ ਦੱਸ ਤੂੰ ਮੇਰੇ ਮਾਂ ਕੋਲ ਸੰਦੂਰ ਨਹੀਂ ਸੀ ਪਾਇਆ? ਮੈਂ ਕਿਹਾ ਪਾਇਆ ਸੀ। ਤੇ ਕਹਿਣ ਲੱਗੀ ਤੂੰ ਮੈਨੂੰ ਚੂੜਾ ਨਹੀਂ ਚੜਾਇਆ? ਇਹ ਜਿਹੜਾ ਚੂੜਾ ਮੈਂ ਕਿਹਾ ਚੜਾਇਆ ਸੀ। ਕਹਿੰਦੀ ਵੀ ਵਿਆਹ ਦੀ ਫਿਰ ਕਿਹੜੀ ਢਿੱਲ ਰਹਿ ਗਈ। ਉਹ ਜਿਹੜੇ ਮੌਲਵੀ ਚਾਰ ਐਤਾਂ ਪੜ੍ਹਦੇ ਨੇ ਉਹਦੇ ਨਾਲ ਬਹੁਤਾ ਵਿਆਹ ਨਹੀਂ ਹੁੰਦਾ। ਜਾਂ ਤੁਹਾਡੇ ਜਿਹੜੇ ਲਾਵਾਂ ਫੇਰੇ ਹੁੰਦੇ ਆ ਉਹਦੇ ਨਾਲ ਕੋਈ ਬਹੁਤਾ ਵਿਆਹ ਨਹੀਂ ਹੁੰਦਾ। ਵਿਆਹ ਦਿਲਾਂ ਦੇ ਹੁੰਦੇ ਨੇ। ਹਰ ਵਾਰ ਹੀ ਬਰੂਤ ਦੇ ਢੇਰ ਉੱਤੇ ਪੈਰ ਰੱਖ ਕੇ ਛਵੀਆਂ ਦੀ ਛਾਂ ਚੋਂ ਗੁਜ਼ਰ ਕੇ ਜਿਹੜਾ ਵਾ ਵੀ ਉਹਦੇ ਕੋਲ ਜਾਣਾ ਪੈਂਦਾ ਸੀ। ਸੀਮਾ ਦਾ ਜਿਹੜਾ ਪਹਿਲਾ ਸੀਗਾ ਲਵਰ, ਉਹਦਾ ਕਤਲ ਕੀਤਾ ਸੀ। ਅੱਛਾ। ਉਹਨੂੰ ਕਤਲ ਕਰਕੇ ਤੇ ਉਹਨੂੰ ਸੜਕ 'ਤੇ ਸੁੱਟਤਾ ਸੀ। ਤੇ ਜਦੋਂ ਸੀਮਾ ਦੇ ਪਿੱਛੇ ਆਣ ਕੇ ਇੱਕ ਹੋਟਲ 'ਚ ਠਹਿਰਿਆ ਤੇ ਉੱਥੇ ਜਾ ਕੇ ਉਹਨੂੰ ਮਿਲ ਕੇ ਵੀ ਆਇਆ ਸੀ। ਤੇ ਉੱਥੇ ਉਹਨੂੰ ਡਰਾਵਾ ਦੇ ਕੇ ਆਏਗਾ ਵੀ ਜੇ ਤੂੰ ਨਾ ਹਟਿਆ ਤੇ ਮੈਂ ਤੇਰਾ ਕਤਲ ਕਰਵਾ ਦਿਆਂਗਾ। ਤੇ ਕਤਲ ਕਰਾਤਾ ਉਹਨੇ, ਥੱਲੇ ਹੀ ਸੌਂ ਗਈ। ਔਰ ਮੈਨੂੰ ਬੜਾ ਦੁੱਖ ਹੋਇਆ ਵੀ ਇੱਕ ਮਖਮਲੀ ਸੇਜਾਂ ਉੱਤੇ ਸੌਣ ਵਾਲੀ ਕੁੜੀ ਜਿਹੜੀ ਉਹ ਰੜੀ ਜਿਹੜੀ ਆ ਉਹ ਸੁੱਤੀ ਸੀਗੀ ਜ਼ਮੀਨ ਦੇ ਉੱਤੇ। ਹੁਣ ਫਿਲਮ ਚੱਲ ਰਹੀ ਹੈ ਅੱਖਾਂ ਮੂਹਰੇ? ਹਾਂ ਪੂਰੀ ਚੱਲ ਰਹੀ ਹੈ ਵੀ ਕਿਵੇਂ ਹੀ ਕਿਸ ਤਰ੍ਹਾਂ ਦਾ ਉਹਨੇ ਸੂਟ ਪਾਇਆ ਸੀਗਾ, ਕਿਸ ਤਰ੍ਹਾਂ ਦਾ ਉਹਨੇ ਉਹਦਾ ਭੂਰਾ ਜਿਹਾ ਰੰਗ ਸੀਗਾ, ਜਿਹੜਾ ਉਹਦਾ ਪਰਸ ਸੀਗਾ। ਕੁਝ ਕਿਤਾਬਾਂ ਹੀ ਸੀ ਦੋ ਕੁ। ਤੇ ਮੰਨਾ ਮਲਾਹ ਉਹਦਾ ਨਾਂ ਸੀ। ਹੁਣ ਤੇ ਵਿਚਾਰੇ 3-4 ਸਾਲ ਹੋ ਗਏ ਆ, ਉਹ ਗੁਜ਼ਰ ਗਏ ਨੇ। ਉਹੋ ਹੀ ਉੱਥੇ ਜਿਹੜਾ ਬੇੜੀ ਚਲਾਉਂਦੇ ਸੀ ਉਹਨਾਂ ਨੇ ਸੰਨ 47 ਦੇ ਵਿੱਚ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਜਿਹੜਾ ਵਾ ਬਗੈਰ ਕਿਸੇ ਪੈਸਾ ਲੈਣ ਦੇ ਇਹ ਸਿੱਖਾਂ ਨੂੰ ਜਿਹੜਾ ਵਾ ਇੱਧਰ ਪਾਰ ਕਰਾਇਆ ਸੀਗਾ। ਤੇ ਇੱਧਰੋਂ ਮੁਸਲਮਾਨਾਂ ਨੂੰ ਜਿਹੜਾ ਵਾ ਉੱਧਰ ਕਰਾਇਆ ਸੀਗਾ। ਔਰ ਔਰਤਾਂ ਉਹਨਾਂ ਦੇ ਅੱਗੇ ਢੇਰ ਲਾ ਦਿੰਦੀਆਂ ਰਹੀਆਂ ਗਹਿਣਿਆਂ ਦੇ। ਉਹ ਕਦੀ ਉਹਨਾਂ ਨੇ ਕਿਸੇ ਦਾ ਗਹਿਣਾ ਨਹੀਂ ਛੇੜਿਆ, ਉਹਨਾਂ ਨੂੰ ਸਗੋਂ ਪਿਆਰ ਦੇ ਕੇ ਉਹ ਤੋਰਦੇ ਸੀਗੇ। ਵੀ ਬੜਿਆਂ ਸਗਨਾਂ ਦੇ ਨਾਲ ਤੋਰਿਆ। ਤੇ ਮੈਂ ਫਿਰ ਵੀ ਜਿਹੜਾ ਉਹ ਇੱਧਰ ਆ ਗਿਆ। ਉਹ ਹੁੰਦਾ ਸੀ ਵੀ ਦਿਨੇ ਦਿਨੇ ਕਰਤਾਰਪੁਰ ਗੁਰਦੁਆਰੇ ਆ ਜੀਦਾ ਸੀ, ਉੱਥੇ ਆਣ ਕੇ ਸੌਂ ਜੀਦਾ ਸੀ। ਤੇ ਜਦੋਂ ਵੇਖਣਾ ਵੀ ਹੁਣ ਅੱਧੀ ਰਾਤ ਹੋ ਗਈ ਆ ਤੇ ਤਾਰਿਆਂ ਦਾ ਜਿਹੜਾ ਗਿਆਨ ਵਿਗਿਆਨ ਆ ਇਹ ਇਹਨਾਂ ਨੂੰ ਬਲੈਕਰਾਂ ਨੂੰ ਬਹੁਤ ਹੁੰਦਾ। ਉਹਨਾਂ ਤੇ ਮੇਰੇ ਖਿਆਲ ਦੇ ਵਿੱਚ ਸਾਇੰਸਦਾਨਾਂ ਨੂੰ ਵੀ ਨਹੀਂ ਇਹ ਵਿਗਿਆਨ ਇਹਨਾਂ ਹੋਣਾ ਜਿੰਨਾ ਇਹਨਾਂ ਨੂੰ ਹੁੰਦਾ। ਦੇਖੋ ਕਈ ਵਾਰ 3 ਸਾਲ ਮੈਂ ਕ੍ਰਾਸਿੰਗ ਕੀਤੀ ਆ, ਕਈ ਵਾਰ ਹਫ਼ਤੇ ਬਾਅਦ, ਕਈ ਵਾਰਾਂ 20 ਦਿਨਾਂ ਬਾਅਦ। ਜਦੋਂ ਪੇਪਰ ਸਮੈਸਟਰ ਸਿਸਟਮ ਸ਼ੁਰੂ ਹੋ ਜਾਂਦਾ ਸੀ ਉਦੋਂ ਮਹੀਨੇ 2 ਮਹੀਨੇ ਵੀ ਲੱਗ ਜਾਂਦੇ। ਪੰਜ ਦਰਿਆਵਾਂ ਦੇ ਪੰਜ ਪਾਣੀ, ਹੁਸਨ ਤੇਰੇ ਦੀ ਪੌਣ ਕਹਾਣੀ। ਟੱਪ ਟੱਪ ਕੇ ਸਰਹੱਦਾਂ ਆ ਗਏ ਜਿੰਨੇ ਤੇਰੇ ਹਾਣ ਦੇ ਹਾਣੀ। ਇਸ਼ਕ ਹੱਦਾਂ ਟਪਾ ਦਿੰਦਾ ਹੈ ਤੇ ਇਸ਼ਕ ਹੱਦਾਂ ਤੋਂ ਬਾਹਰ ਹੁੰਦਾ ਹੈ। ਪ੍ਰੀਤ ਕਹਾਣੀਆਂ ਦਾ ਬੜਾ ਜ਼ਿਕਰ ਅਸੀਂ ਸੁਣਿਆ। ਕਦੇ ਉਹ ਪ੍ਰੀਤ ਕਹਾਣੀਆਂ ਦੇ ਨਾਇਕ ਅੱਖੀਂ ਨਹੀਂ ਦੇਖੇ। ਪੰਜਾਬੀਆਂ ਦੇ ਵਾਸਤੇ ਇਹ ਵੱਡੀ ਤੇ ਮਾਣ ਵਾਲੀ ਗੱਲ ਹੈ ਕਿ ਅਸੀਂ ਹੋਰਨਾਂ ਦੇਸ਼ਾਂ ਦੇ, ਹੋਰਨਾਂ ਸਟੇਟਾਂ ਦੇ ਪ੍ਰੀਤ ਨਾਇਕਾਂ ਨੂੰ ਵੀ ਆਪਣੇ ਹੀਰੋ ਮੰਨਿਆ। ਕਿਤੇ ਨਾ ਕਿਤੇ ਜਾ ਕੇ ਸੱਸੀ ਪੁੰਨੂ ਦਾ ਜ਼ਿਕਰ ਆਉਂਦਾ ਹੈ, ਕਿਤੇ ਜੂਸ ਜਲੈਖਾਂ ਨੂੰ ਸੁਣਦੇ ਰਹੇ ਹਾਂ, ਤੇ ਕਿਤੇ ਇਹਨਾਂ ਕਹਾਣੀਆਂ ਦੇ ਵਿੱਚ ਸੋਹਣੀ ਮਹੀਵਾਲ ਦਾ ਜ਼ਿਕਰ ਆ ਜਾਂਦਾ ਹੈ। ਪੰਜਾਬ ਵੱਲ ਮੁੜਦੇ ਹਾਂ, ਰਾਂਝੇ ਦਾ ਜ਼ਿਕਰ ਆਉਂਦਾ ਹੈ, ਕਿਤੇ ਮਿਰਜ਼ੇ ਦਾ ਜ਼ਿਕਰ ਆਉਂਦਾ ਹੈ। ਹਰੇਕ ਦੀ ਆਪਣੀ ਕਹਾਣੀ ਹੈ, ਆਪਣੀ ਮਿੱਥਿਆ ਹੈ। ਕਿਹਾ ਜਾਂਦਾ ਕਿ ਗੰਗਾ ਬਣਾਏ ਦੇਵਤੇ ਤੇ ਜਮਨਾ ਦੇਵੀਆਂ, ਆਸ਼ਕ ਮਗਰ ਬਣਾ ਸਕੇ ਪਾਣੀ ਚ ਨਾ ਉਤਾਰ। ਤੇ ਅੱਜ ਪ੍ਰੀਤ ਕਹਾਣੀ ਦੇ ਅਸਲ ਨਾਇਕ ਨੂੰ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ। ਇਸ ਦੀ ਜ਼ਿੰਦਗੀ ਇਹ ਨਹੀਂ ਕਿ ਨਦੀ ਪਾਰ ਕਰਨੀ ਹੈ, ਇਹ ਵੀ ਨਹੀਂ ਕਿ 12 ਸਾਲ ਮੱਝਾਂ ਚਰਨੀਆਂ। ਕਹਾਣੀ ਇਹ ਵੀ ਨਹੀਂ ਕਿ ਸਾਹਿਬਾਂ ਨੂੰ ਕੱਢ ਕੇ ਲਿਜਾਣਾ। ਇਹ ਕਹਾਣੀ ਸਰਹੱਦ ਟੱਪਣ ਦੀ ਹੈ, ਸਰਹੱਦ ਪਾਰ ਵਸਦੇ ਮਹਿਬੂਬ ਨੂੰ ਮਿਲਦੀ ਹੈ।
ਤੇ ਅੱਜ ਅਸੀਂ ਮਿਲਦੇ ਹਾਂ ਨਿਰਮਲ ਨਿੰਮਾ ਲੰਗਾਹ ਦੇ ਵਿੱਚ ਬੈਠੇ ਹੋਏ ਹਾਂ। ਲੰਗਾਹ ਗੁਰਦਾਸਪੁਰ ਦਾ ਇੱਕ ਪ੍ਰਸਿੱਧ ਪਿੰਡ ਹੈ, ਚਰਚਿਤ ਪਿੰਡ ਹੈ, ਤੇ ਉੱਥੋਂ ਦੀ ਚਰਚਿਤ ਸ਼ਖਸੀਅਤ ਨਿਰਮਲ ਨਿੰਮਾ ਆਪਣੇ ਨਾਲ ਸ਼ਾਮਲ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਭਾਜੀ ਬਹੁਤ ਧੰਨਵਾਦ। ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ, ਜਿਹੜਾ ਤੁਸੀਂ ਕੱਲ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਨਾ, ਤੇ ਪਹਿਲਾਂ ਕੋਇਲਾਂ ਕੁੱਕੀ ਅੱਛਾ ਜੀ। ਇੱਧਰੋਂ ਸੁਣੀਆਂ ਤਾਂ ਲੱਗਿਆ ਕਿ ਯਾਰ ਕਿਤੇ ਨਾ ਕਿਤੇ ਕੁਦਰਤ ਨਾਲ ਜੁੜੇ ਬੰਦੇ ਨੂੰ ਮਿਲਣਾ। ਤੇ ਅੱਜ ਸੱਚੀ ਜਿਹਦੇ ਦਿਲ 'ਚ, ਜਿਹਦੇ ਰੋਮਾਂ 'ਚ, ਜਿਹਦੇ ਹੱਡਾਂ 'ਚ ਇਸ਼ਕ ਰਮਿਆ ਹੁੰਦਾ, ਉਹ ਕੁਦਰਤ ਦੇ ਕਿੱਡਾ ਨੇੜੇ। ਇਹ ਤਾਂ ਦੇਖੋ ਜੀ, ਕੁਦਰਤ ਦਾ ਇੱਕ ਨਿਯਮ ਹੀ ਆ ਕਿ ਜਿਹੜੇ ਲੋਕ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਉਹ ਕੁਦਰਤ ਦੇ ਬਹੁਤ ਨੇੜੇ ਹੁੰਦੇ ਆ। ਤੇ ਇਹ ਜਿਹੜੇ ਫੁੱਲ ਬੂਟੇ ਆ, ਇਹ ਕੁਦਰਤ ਦਾ ਇੱਕ ਬਹੁਤ ਵੱਡਾ ਹਿੱਸਾ ਨੇ, ਤੇ ਸਾਨੂੰ ਚੰਗੇ ਲੱਗਦੇ ਨੇ। ਤੇ ਇਹ ਥੋੜ੍ਹਾ ਬਹੁਤਾ ਜਿਹੜਾ ਵਾ ਵੀ ਮੈਂ ਕੀਤਾ। ਕੀ ਹੋ ਗਿਆ ਜੇ ਸਦਰਾਂ ਵਾਲਾ ਬਾਗ ਉੱਜੜ ਗਿਆ, ਪਰ ਉਮੀਦਾਂ ਦੇ ਫੁੱਲ ਤਾਂ ਫਿਰ ਵੀ ਲੱਗ ਰਹੇ। ਖੈਰ, ਸੋਹਣਾ ਬਾਗ ਲਾਇਆ ਤੁਸੀਂ। ਕਰੀਏ ਗੱਲ ਜ਼ਿੰਦਗੀ ਦੀ। ਨਿਰਮਲ ਨਿੰਮਾ ਕੌਣ ਹੈ? ਦੇਖੋ, ਮੈਂ ਆਪਣੇ ਆਪ ਨੂੰ ਤਾਂ ਕੋਈ ਬੜਾ ਵੱਡਾ ਨਾ ਲੇਖਕ ਸਮਝਦਾ। ਇੱਕ ਹਾਂ, ਇਨਸਾਨ ਮੈਂ ਜ਼ਰੂਰ ਹੈਗਾ ਵਾਂ, ਤੇ ਜਿੱਥੋਂ ਤੱਕ ਹੋ ਸਕਦਾ ਵਾ ਇਹ ਇਨਸਾਨੀਅਤ ਨੂੰ ਮੈਂ ਨਿਭਾਉਣ ਦੀ ਕੋਸ਼ਿਸ਼ ਕਰਦਾ। ਤੇ ਗੱਲ ਕਰੀਏ, ਕਿਉਂਕਿ ਮੈਂ ਜਦੋਂ ਨਜ਼ਰ ਮਾਰ ਕੇ ਆਇਆ, ਪੁਲਿਸ ਵਾਲਿਆਂ ਵਰਗੀ ਨਜ਼ਰ ਹੁੰਦੀ ਆ ਮੀਡੀਆ ਦੀ ਵੀ। ਇੱਕ ਬੋਰਡ ਪਿਆ ਸੀ, ਹਾਂਜੀ। PSU 'ਚ ਵੀ ਕੰਮ ਕਰਦੇ ਰਹੇ, ਜਵਾਨੀ ਦੇ ਵਿੱਚ ਫਿਰ ਇਹ ਖੱਬੇ ਪੱਖੀ ਲਹਿਰਾਂ ਦੇ ਨੇੜੇ ਰਹੇ ਹੋ ਤੁਸੀਂ। ਕਿੰਨੀ ਕੁ ਦੇਰ ਉਹਨਾਂ 'ਚ ਕੰਮ ਕੀਤਾ? ਹਾਂ, ਮੈਂ ਲੰਮਾ ਸਮਾਂ ਕੰਮ ਕੀਤਾ। ਅਸਲ ਵਿੱਚ ਸਾਡੇ ਪਿੰਡ ਦਾ ਸੁੱਚਾ ਸਿੰਘ ਲੰਗਾਹ, ਜਿਹੜਾ ਅਕਾਲੀ ਪਾਰਟੀ ਦਾ ਮਤਲਬ ਵੀ MLA ਵੀ ਸਾਡੇ ਰਹੇ ਨੇ, ਤੇ ਉਹਨਾਂ ਨੇ ਮੈਨੂੰ ਬਚਪਨ ਦੇ ਵਿੱਚ ਹੀ ਅਜਿਹਾ ਲਿਟਰੇਚਰ ਜਿਹੜਾ ਪੜ੍ਹਨ ਵਾਸਤੇ ਦਿੱਤਾ ਕਿ ਜਿਹਨੇ ਮੈਨੂੰ ਬੜਾ ਖਿੱਚ ਪਾਈ। ਜਿਸ ਤਰ੍ਹਾਂ ਮੈਨੂੰ ਅੱਜ ਤੱਕ ਯਾਦ ਆ ਕਿ ਸਭ ਤੋਂ ਪਹਿਲੀ ਕਿਤਾਬ ਉਹਨਾਂ ਨੇ ਮੈਨੂੰ ਸੋਹਣ ਸਿੰਘ ਭਕਨਾ ਦੀ ਜਿਹੜੀ ਹੈ ਨਾ, ਕਿ ਉਹ ਪੜ੍ਹਨ ਵਾਸਤੇ ਦਿੱਤੀ ਸੀ। ਸਾਡੇ ਪਿੰਡ ਗੁਰਦੁਆਰਾ ਨਹੀਂ ਸੀ ਹੁੰਦਾ, ਇੱਥੇ ਮਸੀਤ ਸੀ, ਮੁਸਲਮਾਨਾਂ ਦੇ ਵੇਲੇ ਦੀ ਬਣੀ, ਤੇ ਉਹਦੇ ਵਿੱਚ ਹੀ ਉਹਨਾਂ ਨੇ 8-10 ਮੁੰਡਿਆਂ ਨੂੰ ਜਿਹੜਿਆ, ਕਿਉਂਕਿ ਉਦੋਂ ਸਾਡਾ ਪਿੰਡ ਨਿੱਕਾ ਜਿਹਾ ਹੀ ਪਿੰਡ ਆ, ਉਦੋਂ 8-10 ਮੁੰਡੇ ਹੁੰਦੇ ਸੀ। ਹੁਣ ਤੇ ਬਹੁਤ ਜ਼ਿਆਦਾ ਗਿਣਤੀ ਹੋ ਗਈ ਆ। ਤੇ ਉਹਨਾਂ ਨੇ ਇਕੱਠੇ ਕਰ ਲੈਣਾ 8ਵੀਂ ਦਿਨੀ 15ਵੀਂ ਦਿਨੀ, ਤੇ ਸਾਨੂੰ ਜਿਹੜੀਆਂ ਨਵੀਆਂ ਕਿਤਾਬਾਂ ਦੇਣੀਆਂ, ਤੇ ਜਿਹੜੀ ਕਿਤਾਬ ਵੀ ਦੇਣੀ ਉਹ ਮੈਂ ਫਟਾਫਟ ਪੜ੍ਹ ਲੈਣੀ, ਕਿਉਂਕਿ ਕੁਦਰਤ ਵੱਲੋਂ ਹੀ ਮੇਰੇ ਅੰਦਰ ਕੋਈ ਇਹੋ ਜਿਹੀ ਚਿਣਗ ਸੀਗੀ ਕਿ ਮੈਂ ਪੜ੍ਹਨ ਵਾਲੇ ਪਾਸੇ ਜਿਹੜਾ ਵਾ ਬਹੁਤ ਝੁਕਾਅ ਸੀਗਾ ਮੇਰਾ ਜੀ। ਤੇ ਉਹ ਜਦੋਂ ਮੈਂ ਪੜ੍ਹਿਆ, ਮੈਂ ਇੱਧਰੋਂ ਕਲਾਸਾਂ ਜਿਹੜੀਆਂ ਉਹ ਤਾਂ ਚੜ੍ਹਦਾ ਗਿਆ। ਤੇ 10ਵੀਂ ਵਿੱਚ ਜਦੋਂ ਮੈਂ ਗਿਆ, ਉਦੋਂ ਮੈਂ PSU ਪੰਜਾਬ ਸਟੂਡੈਂਟ ਯੂਨੀਅਨ ਜਿਹੜੀ ਆ, ਜਿਹਦਾ ਕਿ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਜਨਰਲ ਸੈਕਟਰੀ ਜਿਹੜਾ ਵਾ ਪਿਰਥੀਪਾਲ ਸਿੰਘ ਰੰਧਾਵਾ ਸੀਗਾ, ਉਹਨਾਂ ਦੇ ਕੰਟੈਕਟ ਵਿੱਚ ਜਿਹੜਾ ਮੈਂ ਆ ਗਿਆ। ਤੇ ਫਿਰ ਮੈਂ ਗੌਰਮੈਂਟ ਸਕੂਲ ਜੋੜਾ ਛੇਤਰਾਂ ਦੇ ਵਿੱਚ PSU ਦਾ ਜਿਹੜਾ ਸੈੱਲ ਬਣਾਇਆ। ਇੱਥੋਂ ਜਦੋਂ ਮੈਂ 10ਵੀਂ ਕਰਕੇ ਗੌਰਮੈਂਟ ਕਾਲਜ ਗੁਰਦਾਸਪੁਰ ਗਿਆ, ਤੇ ਉੱਥੇ ਵੀ ਜਾ ਕੇ ਸੈੱਲ ਬਣਾਇਆ PSU ਦਾ। ਤੇ ਇਸ ਤਰ੍ਹਾਂ ਕਰਦਿਆਂ ਹੋਰ ਜਿਹੜੇ ਹੈਗੇ ਆ PSU ਦੇ ਵਰਕਰ, ਉਹਨਾਂ ਦੇ ਨਾਲ, ਲੀਡਰਾਂ ਦੇ ਨਾਲ ਜਿਹੜਾ ਮੇਰਾ ਬਹਿਣ ਖਲੋਣ ਹੋ ਗਿਆ। ਤੇ ਇਹ ਮੈਂ ਸਮਝ ਲਓ ਕਿ ਸਨ 72-73 ਤੋਂ ਲੈ ਕੇ 80 ਤੱਕ ਵੀ ਜਿਹੜਾ ਵਾ ਹੋਲ ਟਾਈਮਰ ਦੇ ਤੌਰ ਦੇ ਉੱਤੇ ਜਿਹੜਾ ਵਾ PSU ਵਿੱਚ ਕੰਮ ਕੀਤਾ। ਮਾਸਟਰ ਕਿਹੜੇ ਵੇਲੇ ਕਰੀ ਫਿਰ ਤੁਸੀਂ? ਇਹ ਮੈਂ 80 ਵਿੱਚ ਜਦੋਂ BA ਕਰ ਲਈ ਆ, ਤੇ ਫਿਰ ਮੈਂ ਇਹ ਕੰਮ ਛੱਡ ਗਿਆ, ਕਿਉਂਕਿ ਮੇਰੇ ਉਸਤਾਦ ਸੀਗੇ ਜਿਹੜੇ ਡਾਕਟਰ ਅਤੇ ਸਿੰਘ, ਮੈਨੂੰ BA ਫਾਈਨਲ 'ਚ ਪੜ੍ਹਾਉਂਦੇ ਸੀਗੇ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਨਿਰਮਲ, ਜੇ ਤੂੰ ਹੁਣ MA ਕਰਨੀ ਆ, ਇਹ ਅੱਗੇ ਜਾਣਾ, ਤੇ ਤੂੰ ਹੁਣ ਜਿਹੜਾ ਆਹ ਕੰਮ ਆ ਇਹਨੂੰ ਛੱਡ ਦੇ, ਕਿਉਂਕਿ ਇਹਦੇ ਨਾਲ ਤੈਨੂੰ ਪੁਲਿਸ ਦਾ ਸਾਹਮਣਾ ਕਰਨਾ ਪੈਂਦਾ, ਜੇਲ੍ਹਾਂ ਵਿੱਚ ਵੀ ਜਾਣਾ ਪੈਂਦਾ, ਤੇ ਤੈਨੂੰ ਹੁਣ ਪੜ੍ਹਨਾ ਚਾਹੀਦਾ। ਉਹਨਾਂ ਦੇ ਆਖੇ ਲੱਗ ਕੇ ਫਿਰ ਜਿਹੜਾ ਵਾ ਮੈਂ ਇਹ ਟੋਟਲੀ ਕੰਮ ਜਿਹੜਾ ਵਾ ਬੰਦ ਕਰ ਦਿੱਤਾ PSU ਦਾ, ਤੇ ਮੈਂ ਪੜ੍ਹਨ ਵਾਲੇ ਪਾਸੇ ਆ ਗਿਆ। ਤੇ ਮੈਨੂੰ ਸਾਡੇ ਉਹ ਰਾਈਟਰ ਵੀ ਬੜੇ ਤਗੜੇ ਸੀ, ਸ਼ਹੀਦ ਬਲਦੇਵ ਮਾਨ ਜੀ, ਕੁੱਕੜਾਂ ਵਾਲੇ ਦੇ ਹੋਏ ਨੇ ਅੰਮ੍ਰਿਤਸਰ ਜ਼ਿਲ੍ਹੇ 'ਤੇ। ਉਹ ਮੈਨੂੰ ਦਾਖਲ ਕਰਾਉਣ ਗਏ ਸੀਗੇ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਇਹਦੇ ਤੋਂ ਪਹਿਲਾਂ ਤਾਂ ਮੈਂ ਯੂਨੀਵਰਸਿਟੀ ਵੇਖੀ ਵੀ ਨਹੀਂ, ਕਦੀ ਗਿਆ ਵੀ ਨਹੀਂ ਸੀ। ਤੇ ਉਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਇਸ ਤਰ੍ਹਾਂ ਮੈਂ ਦਾਖਲ ਹੋਣਾ ਤੇ ਮੈਂ ਅੱਗੇ ਪੜ੍ਹਨਾ ਚਾਹੁੰਦਾ, ਤੇ ਉਹ ਬੜੇ ਖੁਸ਼ ਹੋਏ, ਕਿਉਂਕਿ ਉਹਨਾਂ ਨੇ ਵੀ MA ਕੀਤੀ ਸੀ ਪੰਜਾਬੀ ਦੀ, ਤੇ ਉਹ ਫਿਰ ਮੈਨੂੰ ਉੱਥੇ ਦਾਖਲ ਕਰਾ ਕੇ ਆਏ। MA ਦੇ ਵਿੱਚ ਐਡਮਿਸ਼ਨ ਲੈ ਲਈ ਕੁਛ ਹੋਰ ਹੈ, ਫਿਰ ਇਸ਼ਕ ਦਾ ਦਾਖਲਾ ਕਿਵੇਂ ਹੁੰਦਾ? ਉਹ ਇਵੇਂ ਹੁੰਦਾ ਕਿ ਇਹਦੇ ਨਾਲ ਜਿਹੜੇ ਘਰ ਜਿਹੜਾ ਸੀਗਾ ਸਾਡਾ ਪਿੰਡ ਦੇ ਵਿੱਚ ਸੀਗਾ,
ਤੇ ਜਿਹੜੀ ਵਹੇਲੀ ਸੀ ਸਾਡੀ ਉਹ ਪਿੰਡ ਤੋਂ ਬਾਹਰ ਵਾਲੇ ਬੰਦੇ ਸੀਗੇ। ਉਧਰ ਕੋਈ ਆਉਣ ਜਾਣ ਨਹੀਂ ਕਿਸੇ ਦਾ ਹੈਗਾ ਵੀ ਰੁੱਖ ਬੂਟੇ ਲੱਗੇ ਸੀ ਕਾਫੀ ਤੇ ਵਲਗਣ ਵਾਲੀ ਸੀ। ਅੰਦਰ 3-4 ਜਿਹੜੇ ਆ ਉਹ ਕਮਰੇ ਸੀਗੇ ਪਏ ਕੱਚੇ, ਕਿਉਂਕਿ ਉਦੋਂ ਕੱਚੇ ਹੀ ਕਮਰੇ ਹੁੰਦੇ ਸੀਗੇ। ਡੰਗਰ ਹੁੰਦੇ ਸੀ ਉੱਥੇ? ਤੇ ਹਾਂਜੀ ਉੱਥੇ ਮੱਝਾਂ ਹੁੰਦੀਆਂ ਸੀ। ਮੇਰੇ ਗ੍ਰੈਂਡਫਾਦਰ ਜਿਹੜੇ ਉਹ ਵਾਹੀ ਦਾ ਕੰਮ ਨਹੀਂ ਸੀ ਕਰਦੇ, ਸਿਰਫ ਉਹਨਾਂ ਨੇ ਸ਼ੌਂਕ ਨਾਲ ਮੱਝਾਂ 2-3 ਆਪਣੇ ਮੁੰਡਿਆਂ ਵਾਸਤੇ ਦੁੱਧ ਪੀਣ ਵਾਸਤੇ ਖੁਰਾਕ ਵਾਸਤੇ ਰੱਖੀਆਂ ਸੀਗੀਆਂ। ਤੇ ਸਾਡਾ ਘਰ ਜਿਹੜਾ ਵਾ ਪਿੰਡ 'ਚ ਸਹਿੰਦਾ ਘਰ ਸੀਗਾ, ਕਿਉਂਕਿ ਮੈਂ ਦੇਖਿਆ ਕਿ ਸਾਡੇ ਪਿੰਡ 'ਚ ਸਿਰਫ 2 ਘਰਾਂ ਦੇ ਪੱਕੇ ਮਕਾਨ ਸੀਗੇ, ਇੱਕ ਸਾਡੇ ਤੇ ਇੱਕ ਸਾਡੇ ਪਿੰਡ ਹੋਰ, ਉਹਨਾਂ ਨੂੰ ਸਰਪੰਚ ਕਹਿੰਦੇ ਨੇ। ਸਰਪੰਚ ਵੀ ਲੰਮਾ ਸਮਾਂ ਰਹੇ, ਜਾਂ ਉਹਨਾਂ ਦੇ 2-3 ਮਕਾਨ ਜਿਹੜੇ ਪੱਕੇ ਹੁੰਦੇ ਸੀ। ਸਾਰਾ ਪਿੰਡ ਕੱਚਾ ਹੁੰਦਾ ਸੀਗਾ ਜੀ। ਤੇ ਉੱਥੇ ਮੁਸਲਮਾਨ ਜਿਹੜੇ ਆ ਉਹ ਆਉਂਦੇ ਹੁੰਦੇ ਸੀਗੇ ਆਪਣਾ ਮਾਲ ਲੈ ਕੇ ਪਾਕਿਸਤਾਨ। ਹਾਂਜੀ, ਉਹਨਾਂ ਦਿਨਾਂ ਦੇ ਵਿੱਚ ਅਫੀਮ, ਕੱਪੜਾ, ਲੌਂਗ, ਇਲਾਇਚੀ, ਇਹੋ ਜਿਹੀ ਜਿਹੜੀਆਂ ਚੀਜ਼ਾਂ ਇਹ ਉਧਰੋਂ ਆਉਂਦੀਆਂ ਸੀਗੀਆਂ ਹਵੇਲੀ ਤੇ। ਹਾਂਜੀ, ਹਵੇਲੀ ਵਿੱਚ, ਕਿਉਂਕਿ ਉਹਨਾਂ ਨੇ ਲੱਭਦਿਆਂ ਉਹਨਾਂ ਨੂੰ ਕੋਈ ਇਮਾਨਦਾਰ ਬੰਦਾ ਨਹੀਂ ਸੀਗਾ ਲੱਭਦਾ। ਜਿੱਥੇ ਵੀ ਉਹ ਆਪਣਾ ਮਾਲ ਰੱਖਦੇ ਸੀ ਉੱਥੇ ਉਹਨਾਂ ਦਾ ਚੋਰੀ ਹੋ ਜਾਂਦਾ ਸੀ। ਜਿੱਥੇ ਉਹਨਾਂ ਨੇ ਸੋਨਾ ਰੱਖਣਾ ਉੱਥੇ ਉਹਨਾਂ ਦਾ ਇੱਕ ਅੱਧਾ ਬਿਸਕੁਟ ਕਿਸੇ ਨੇ ਕੱਢ ਲੈਣਾ। ਜੇ ਅਫੀਮ ਰੱਖਣੀ ਉਹ ਉਹਨਾਂ ਨੇ ਕੋਈ ਕਿਲੋ, ਕਿਸੇ ਨੇ 2 ਕਿਲੋ ਕੱਢ ਲੈਣੀ ਪਾੜ ਕੇ ਬੋਰੀ ਨੂੰ, ਕਿਉਂਕਿ ਅਫੀਮ ਜਿਹੜੀਆਂ ਇਹਦੀਆਂ ਪੇਸਟੀਆਂ ਹੁੰਦੀਆਂ ਸੀ ਉਦੋਂ ਬੜੀ ਸੁੱਕੀ ਹੁੰਦੀ ਸੀ ਤੇ ਇਹ ਟੋਟਿਆਂ ਦੇ ਵਿੱਚ ਹੀ ਬੰਦ ਹੁੰਦੀ ਸੀ। ਤੇ ਜਿਹੜਾ ਬਿਸਕੁਟ ਸੀਗਾ ਇਹ ਜੈਕਟਾਂ ਵਿੱਚ ਆਉਂਦਾ ਸੀ, ਸਪੈਸ਼ਲ ਕਿਸਮ ਦੀਆਂ ਜੈਕਟਾਂ ਬਣਾਈਆਂ ਜਾਂਦੀਆਂ ਸੀ, ਜਿਹਦੇ ਵਿੱਚ ਕਿਸੇ ਦੇ ਵਿੱਚ 100 ਪੈ ਜਾਂਦਾ ਸੀ, ਕਿਸੇ ਵਿੱਚ 50 ਪੈ ਜਾਂਦਾ ਸੀ, ਤੇ ਉਹਦਾ ਪਤਾ ਨਹੀਂ ਲੱਗਦਾ, ਉਹ ਕੱਪੜਿਆਂ ਦੇ ਹੇਠੋਂ ਦੀ ਜਿਹੜੀ ਉਹ ਪਾਈ ਜਾਂਦੀ ਸੀਗੀ ਜੀ। ਤੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਮੇਰੇ ਡੈਡੀ ਜੀ ਹੋਣਾ ਤੇ ਮੇਰੇ ਚਾਚਾ ਜੀ, ਇਹ 2 ਭਰਾ ਹੀ ਸੀਗੇ, ਤੇ ਮੇਰੇ ਚਾਚਾ ਜੀ ਦਾ ਤੇ ਬਹੁਤ ਛੋਟੀ ਉਮਰ ਵਿੱਚ 24-25 ਸਾਲ ਦੀ ਉਮਰ ਵਿੱਚ ਜਿਹੜਾ ਮਰਡਰ ਹੋ ਗਿਆ ਸੀਗਾ। ਤੇ ਉਹਨਾਂ ਨੇ ਵੇਖਿਆ ਵੀ ਇਹ ਬੰਦੇ ਚੰਗੇ ਨੇ, ਇਹ ਕੋਈ ਚੋਰੀ ਚਾਰੀ ਨਹੀਂ ਕਰਦੇ, ਤੇ ਇਹਨਾਂ ਦਾ ਜਿਹੜਾ ਹਵੇਲੀ ਆ ਉਹ ਵੀ ਪਿੰਡੋਂ ਬਾਹਰ ਆ, ਤੇ ਉਹ ਇੱਥੇ ਮਾਰ ਰੱਖਦੇ ਸੀ ਆਪਣਾ। ਉਹਨਾਂ ਦੇ ਵਿੱਚ ਇੱਕ ਉਹਦੇ 'ਚ ਕੁਝ ਮਿਲਦਾ ਸੀ ਪਰਿਵਾਰ ਨੂੰ? ਨਹੀਂ, ਕੁਛ ਨਹੀਂ ਸੀ ਮਿਲਦਾ, ਸਿਰਫ ਇਹ ਜ਼ਰੂਰੀ ਸੀਗਾ ਵੀ ਸਾਡੇ ਡੈਡੀ ਜੀ ਜਿਹੜੇ ਆ ਉਹ ਫੀਮ ਖਾਣ ਦੇ ਸ਼ੌਕੀਨ ਸੀ, ਤੇ ਉਹਨਾਂ ਨੂੰ ਥੋੜੇ ਬਹੁਤੇ ਉਹਨਾਂ ਨੇ ਆਪ ਹੀ ਦੇ ਜਾਂਦੇ, ਹੁਣ ਦੇ ਜਾਂਦੇ ਸੀਗੇ, ਉਹਨਾਂ ਨੂੰ ਚੋਰੀ ਕਰਨ ਦੀ ਕੋਈ ਲੋੜ ਹੀ ਨਹੀਂ। ਤੇ ਵੀ ਉਹਨਾਂ ਨਾਲ ਸਾਂਝੀਆਂ ਖਾਣਾ ਪੀਣਾ ਜਾਂ ਕਿਸ ਤਰ੍ਹਾਂ ਵੀ, ਕਿਉਂਕਿ ਇਹ ਲੋਕ ਜਿਹੜੇ ਪੈਸੇ ਕਾਫੀ ਕਮਾਉਂਦੇ ਸੀਗੇ ਤੇ ਉਹ ਖਰਚਦੇ ਵੀ ਬਹੁਤ ਖੁੱਲੇ ਸੀਗੇ। ਤੇ ਉਹਨਾਂ ਵਿੱਚ ਇੱਕ ਮੁੰਡਾ ਨਾ ਗਫੂਰ ਨਾਂ ਦਾ, ਅਜੇ ਮੇਰੀ ਕੁ ਉਮਰ ਦਾ ਹੀ ਸੀਗਾ। ਇੱਥੇ ਇੱਕ ਚੀਜ਼ ਮੈਂ ਹੋਰ, ਕਿਉਂਕਿ ਮੈਂ ਕਹਾਣੀ ਨੂੰ ਨਾਲ ਹੋਰ ਵੀ ਐਂਗਲ ਜਾਣਨਾ ਚਾਹਣਾ ਕਿ ਉਹ ਜਿਹੜਾ ਨਸ਼ਾ ਪੱਤਾ ਸਮਾਨ ਆਉਂਦਾ ਸੀ ਉਹ ਸਪਲਾਈ ਗਾਂ ਫਿਰ ਕਿੱਥੇ? ਹਾਂ, ਉਹ ਹੌਲੀ ਹੌਲੀ ਉਹਨਾਂ ਦੇ ਕੰਟੈਕਟ ਹੁੰਦੇ ਸੀ। ਕਿਤੇ ਫਰਜ਼ ਕਰ ਲਓ ਕਿ ਉਹਨਾਂ ਨੇ 1 ਕੁਇੰਟਲ ਫੀਮ ਆਉਂਦੀ ਆ, ਕਿਤੇ ਉਹਨਾਂ ਨੇ 10 ਕਿਲੋ ਦੇਣੀ ਹੁੰਦੀ ਸੀ, ਕਿਤੇ 15 ਕਿਲੋ ਦੇਣੀ ਹੁੰਦੀ ਸੀ, ਕਿਤੇ 5 ਕਿਲੋ, ਇਸ ਤਰ੍ਹਾਂ ਕਰਕੇ। ਸੋਨਾ ਵੀ ਇਸੇ ਤਰ੍ਹਾਂ, ਸੋਨਾ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਗੁਰਦਾਸਪੁਰ ਸ਼ਹਿਰ 'ਚ, ਜਲੰਧਰ ਸ਼ਹਿਰ ਦੇ ਵਿੱਚ, ਇਹਨਾਂ ਸ਼ਹਿਰਾਂ ਦੇ ਵਿੱਚ ਲਾਉਂਦੇ ਸੀਗੇ। ਉਹ ਫਿਰ ਹੌਲੀ ਹੌਲੀ ਕਰਕੇ ਜਿਹੜਾ ਮਾਲ ਆਪਣਾ ਨਾ ਉਹ ਸਾਡੀ ਹਵੇਲੀ 'ਚੋਂ ਕੱਢਦੇ ਸੀ। ਇੱਕ ਫੇਰਾ ਲਾ ਲਿਆ, 4-5 ਦਿਨ ਲਾ ਕੇ ਫਿਰ ਆ ਗਏ, ਫਿਰ ਜਿੰਨਾ ਮਾਲ ਅੱਗੋਂ ਡਿਮਾਂਡ ਹੋਈ ਉਹਨਾਂ ਨੇ ਫਿਰ ਜਿਹੜਾ ਵਾ। ਕਿਹੜੇ ਟਾਈਮ ਦੀ ਗੱਲ ਭਾਜੀ? ਇਹ ਸਮਝ ਲਓ ਵੀ 80 ਨਹੀਂ, 73, 74, 75 ਇਹਨਾਂ ਸਾਲਾਂ ਦੀ ਗੱਲ ਹੈ। ਉਦੋਂ ਮੈਂ ਅਜੇ ਛੋਟਾ ਹੀ ਸੀਗਾ, ਤੇ 5ਵੀਂ ਕਲਾਸ ਵਿੱਚ, ਮੈਂ 4th 'ਚ 5ਵੀਂ 'ਚ ਪੜ੍ਹਦਾ ਸੀਗਾ। ਵੀ 5ਵੀਂ 'ਚ ਪੜ੍ਹਦੇ ਬੰਦੇ ਨੂੰ ਥੋੜ੍ਹੀ ਬਹੁਤੀ ਹੋਸ਼ ਹੁੰਦੀ ਆ। ਤੇ ਉਹ ਮੈਂ ਬੜਾ ਹੈਰਾਨ ਹੋਣਾ ਵੀ ਰਾਤ ਨੂੰ ਸੁੱਤੇ ਘਰ ਹੋਣਾ ਤੇ ਸਵੇਰੇ ਉੱਠ ਕੇ ਹਵੇਲੀ ਜਾਣਾ, ਤੇ ਉੱਥੇ ਬੜੀਆਂ ਘੋੜੀਆਂ ਵੱਜੀਆਂ ਹੋਣੀਆਂ, ਤੇ ਕਿਤੇ ਤੇ ਬੰਦਿਆਂ ਨੇ ਨਾ ਸੁੱਤੇ ਹੋਣਾ, ਕੂਕ ਸੁੱਤੇ ਹੋਣਾ, ਤੇ ਉਹਨਾਂ ਦੀ ਕੋਈ ਸ਼ਕਲ ਜਿਹੜੀ ਆ ਹੈ ਤੇ ਸਾਡੇ ਵਰਗੇ ਹੀ, ਪਰ ਉਹਨਾਂ ਦੇ ਜਿਹੜੇ ਲੀੜੇ ਕੱਪੜੇ ਸੀ ਉਹ ਸਾਡੇ ਨਾਲ ਨਹੀਂ ਰਲਦੇ। ਵੀ ਉਹਨਾਂ ਦੇ ਆਪਣੇ ਢੰਗ ਦੇ, ਉਹਨਾਂ ਨੇ ਸਲਵਾਰ ਕਮੀਜ਼ਾਂ ਨੇ ਜਿਹੜੀਆਂ ਵੀ ਪਾਉਣੀਆਂ, ਤਿੱਲੇਦਾਰ ਜੁੱਤੀਆਂ ਉਹਨਾਂ ਨੇ ਪਾਈਆਂ, ਲਾ ਕੇ ਥੱਲੇ ਰੱਖੀਆਂ ਹੋਣੀਆਂ ਮੱਝੀਆਂ ਦੇ। ਤੇ ਉਹ ਮੈਂ ਬੜਾ ਹੈਰਾਨ ਹੋਣਾ ਵੀ ਇਹ ਰਾਤ ਆ ਕਿੱਥੋਂ ਜਾਂਦੇ ਆ, ਤੇ ਜਦੋਂ ਜਾਂਦੇ ਨੇ ਉਦੋਂ ਵੀ ਰਾਤ ਹੀ ਕਿਤੇ ਗੁੰਮ ਹੋ ਜਾਂਦੇ ਨੇ। ਤੇ ਉਹ ਕਈ ਵਾਰ ਮੈਂ ਆਪਣੇ ਪਿਤਾ ਜੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਮੈਨੂੰ ਦਬਕਾ ਮਾਰ ਕੇ ਚੁੱਪ ਕਰਾਤਾ ਵੀ ਤੂੰ ਇਹਨਾਂ ਕੰਮਾਂ 'ਚੋਂ ਕੀ ਲੈਣਾ, ਤੇਰਾ ਕੰਮ ਪੜ੍ਹਨਾ, ਤੂੰ ਪੜ੍ਹਿਆ ਕਰ। ਉਹ ਬੰਦੇ ਜਿਹੜੇ ਉਹ ਬੜੀ ਦੂਰੋਂ ਆਉਂਦੇ ਨੇ, ਉਹ ਤੈਨੂੰ ਮਾਰ ਦੇਣਗੇ, ਤੂੰ ਉਹਨਾਂ ਬਾਰੇ ਪੁੱਛਣਾ ਤੇ ਤੂੰ ਅੱਗੋਂ ਕਦੀ ਨਹੀਂ ਪੁੱਛਣਾ। ਪਰ ਉਹਨਾਂ ਵਿੱਚ ਜਿਹੜਾ ਗਫੂਰ ਨਾਂ ਦਾ ਮੁੰਡਾ ਸੀ ਉਹ ਮੇਰੀ ਉਮਰ ਦਾ ਹੀ ਮੁੰਡਾ ਸੀ। ਛੋਟੀ ਜਿਹੀ ਉਮਰ 'ਚ ਆਉਣ ਲੱਗਾ? ਹਾਂ, ਛੋਟੀ ਉਮਰ 'ਚ ਹੀ ਆਉਣ ਲੱਗਾ, ਕਿਉਂਕਿ ਉਹਦਾ ਭਰਾ ਜਿਹੜਾ ਵੱਡਾ ਸੀਗਾ ਉਹ ਆਉਂਦਾ ਸੀ, ਉਹਦੇ ਨਾਲ ਆਉਂਦਾ ਸੀ, ਤੇ ਉਹ ਵੀ ਜਾਂਚ ਸਿੱਖ ਰਿਹਾ ਸੀਗਾ ਇਹ ਕੰਮ ਦੀ। ਤੇ ਉਹ ਫਿਰ ਹੌਲੀ ਹੌਲੀ ਵੀ ਉਹਦੇ ਨਾਲ ਮੇਰੀ ਨੇੜਤਾ ਹੋ ਗਈ। ਇੱਧਰੋਂ ਮੈਂ ਕਲਾਸਾਂ ਕਰਾਸ ਕਰਦਾ ਗਿਆ, ਉਧਰੋਂ ਜਿਹੜਾ ਉਹ ਤੇ ਰੈਗੂਲਰ ਆਉਂਦੇ ਸੀਗੇ। ਤੇ
ਉਹਨੇ ਮੈਨੂੰ ਆਖਣਾ ਵੀ ਮੈਂ ਅੱਜ ਗੁਰਦਾਸਪੁਰ ਜਾਣਾ ਵਾ, ਮੈਂ ਉਹਨੂੰ ਗੁਰਦਾਸਪੁਰ ਲੈ ਜਾਣਾ। ਜੇ ਉਹਨੇ ਆਖਣਾ ਵੀ ਬਟਾਲੇ ਜਾਣਾ ਵਾ, ਕਿਉਂਕਿ ਉਹਨੂੰ ਉਹ ਬਹੁਤਾ ਨਹੀਂ ਸੀ ਖੜਦੇ ਛੋਟਾ ਹੋਣ ਕਰਕੇ, ਇਹ ਕਿਤੇ ਫੜਿਆ ਗਿਆ ਤੇ ਇਹ ਸਾਰਾ ਕੁਝ ਦੱਸ ਦੇਗਾ। ਤੇ ਪਰ ਉਹ ਜਦੋਂ ਨਿਕਲ ਜਾਂਦੇ ਸੀ ਤੇ ਪਤਾ ਹੁੰਦਾ ਸੀ ਸਾਨੂੰ ਵੀ ਇਹਨਾਂ ਨੇ 4-5 ਦਿਨ ਲਾ ਕੇ ਹੀ ਆਉਣਾ, ਤੇ ਉਹਨਾਂ 4-5 ਦਿਨਾਂ ਦੇ ਵਿੱਚ ਉਹਨੂੰ ਮੈਂ ਅੰਮ੍ਰਿਤਸਰ ਲੈ ਜਾਣਾ, ਬਟਾਲੇ ਲੈ ਜਾਣਾ, ਜਿੱਥੇ ਵੀ ਉਹਨੇ ਆਖਣਾ ਤੇ ਉਹਨੂੰ ਮੈਂ ਘੁਮਾ ਫਰਾ ਕੇ ਵੀ ਲੈ ਆਉਣਾ। ਤੇ ਇਸ ਤਰ੍ਹਾਂ ਕਰਕੇ ਸਾਡੀ ਜਿਹੜੀ ਦੋਸਤੀ ਵੱਧਦੀ ਗਈ। ਇੱਧਰਲੇ ਬੰਨੇ ਮੈਂ ਜਿਹੜਾ ਵਾ ਉਹ ਕਾਲਜ ਵਿੱਚ ਚਲ ਗਿਆ ਤੇ ਦੋਸਤੀ ਹੋਰ ਗੂੜੀ ਹੋ ਗਈ। ਤੇ ਜਦੋਂ ਮੈਂ ਯੂਨੀਵਰਸਿਟੀ ਵਿੱਚ ਗਿਆ ਉਦੋਂ ਨੂੰ ਉਹ ਵੀ ਜਵਾਨ ਹੋ ਗਿਆ ਤੇ ਮੈਂ ਵੀ ਜਵਾਨ ਹੋ ਗਿਆ। ਤੇ ਮੈਂ ਫਿਰ ਉਹਨੂੰ ਆਖਿਆ ਵੀ ਯਾਰ ਤੈਨੂੰ ਮੈਂ ਇੰਨਾ ਕੁਝ ਵਿਖਾਇਆ ਵਾ, ਤੇਰਾ ਮੈਂ ਕਦੀ ਕੋਈ ਕਹਿਣਾ ਨਹੀਂ ਮੋੜਿਆ, ਤੇ ਤੂੰ ਮੈਨੂੰ ਯਾਰ ਆਪਣਾ ਪਾਕਿਸਤਾਨ ਵਿਖਾ, ਮੈਂ ਵੇਖਣਾ ਚਾਹੁੰਦਾ ਕਿ ਸਾਡੇ ਪਿੰਡ ਦੇ ਲੋਕ ਬੜੀਆਂ ਗੱਲਾਂ ਕਰਦੇ ਨੇ ਨਾਰੋਵਾਲ ਦੀਆਂ, ਸਿਆਲਕੋਟ ਦੀਆਂ, ਕਿਉਂਕਿ ਸਾਡੇ ਪਿੰਡ ਦੇ ਵਿੱਚ ਇੱਧਰ ਦੇ ਰਹਿਣ ਵਾਲੇ ਅਸੀਂ 5-6 ਘਰ ਹੀ ਹਾਂ। ਬਾਕੀ ਜਿਹੜੇ ਘਰ ਨੇ 20-25 ਉਹ ਪਾਕਿਸਤਾਨ 'ਚ ਉੱਠ ਕੇ ਆਏ ਨੇ ਤੇ ਹੈਗੇ ਨੇ ਉਹ ਨਾਰੋਵਾਲ ਦੇ ਨੇੜੇ ਦੇ ਤੇ ਸਿਆਲਕੋਟ ਦੇ ਨੇੜੇ ਦੇ। ਤੇ ਜਦੋਂ ਵੀ ਕਿਤੇ ਧੂਏ ਉੱਤੇ ਗੱਲ ਚੱਲਣੀ ਜਾਂ ਹੋ ਚੱਲਣੀ ਤਾਂ ਉਹ ਆਪਣੀਆਂ ਗੱਲਾਂ ਕਰਦੇ ਸੀ, ਕਿਉਂਕਿ ਜਿੱਥੇ ਕਿਤੇ ਬਚਪਨ ਗੁਜ਼ਾਰਿਆ ਹੁੰਦਾ ਜਿਹੜੇ ਵੀ ਯਾਦਾਂ ਕਦੀ ਨਹੀਂ ਭੁੱਲਦੀਆਂ। ਤੇ ਉਹਨਾਂ ਆਪਣੀਆਂ ਗਲੀਆਂ ਦੀਆਂ, ਆਪਣੇ ਮੇਲਿਆਂ ਦੀਆਂ, ਆਪਣੇ ਸ਼ਹਿਰਾਂ ਦੀਆਂ ਗੱਲਾਂ ਕਰਨੀਆਂ। ਤੇ ਮੇਰੇ ਅੰਦਰ ਜਿਹੜਾ ਹੋਰ ਇਹ ਬਹਿੰਦਾ ਇੱਕ ਗੱਲ ਗੂੜੀ ਹੁੰਦੀ ਗਈ ਮੇਰੇ ਦਿਲ ਉੱਤੇ ਵੀ ਮਨਾ ਵੇਖਿਆ ਜਾਵੇ ਵੀ ਸਾਡਾ ਹੀ ਹਿੱਸਾ ਸੀ। ਫਿਰ ਕਿਉਂਕਿ ਮੈਂ ਕਿਤਾਬਾਂ ਵਿੱਚੋਂ ਵੀ ਪੜ੍ਹ ਲਿਆ ਵੀ ਸੰਨ 47 ਦੀ ਜਿਹੜੀ ਵੰਡ ਹੋਈ ਉਹ ਕਿਵੇਂ ਹੋਈ, ਕਿੰਨੇ ਲੋਕ, ਲੱਖਾਂ ਲੋਕ ਜਿਹੜੇ ਮਾਰੇ ਗਏ, ਤੇ ਕਿਵੇਂ ਮਜ਼੍ਹਬੀ ਜਨੂਨ ਦੇ ਨਾਲ ਇਹ ਸਾਰਾ ਕੁਝ ਹੋਇਆ। ਤੇ ਫਿਰ ਉਹ ਜਾ ਕੇ ਉਦੋਂ ਨੂੰ ਮੈਂ ਯੂਨੀਵਰਸਿਟੀ ਜਦੋਂ ਕਿਹਾ ਤੇ ਉਹ ਮੰਨ ਗਿਆ ਵੀ ਤੈਨੂੰ ਮੈਂ ਲੈ ਜਾਵਾਂਗਾ ਪਰ ਦੱਸੀ ਕਿਸੇ ਨੂੰ ਨਾ। ਤੇ ਇਸ ਤਰ੍ਹਾਂ ਕਰਕੇ ਵੀ ਉਹਦੇ ਨਾਲ ਜਿਹੜਾ ਮੇਰਾ ਇਹ ਐਗਰੀਮੈਂਟ ਵੀ ਇੱਕ ਤਰ੍ਹਾਂ ਦਾ ਹੋਇਆ। ਇਹ ਕਦੋਂ ਦੀ ਗੱਲ ਹੈ? ਇਹ ਸੰਨ 81 ਦੀ ਗੱਲ, 1981। ਫਿਰ ਬਾਰਡਰ ਲੰਘੇ? ਹਾਂ, ਪਹਿਲੇ ਸਾਲ ਹੀ ਫਿਰ ਜਦੋਂ ਜਾਣਾ ਸੀ ਤਾਂ ਉਹਨੇ ਮੈਨੂੰ ਪਹਿਲਾਂ ਦੱਸਿਆ ਵੀ ਬਾਰਡਰ ਦੀਆਂ ਆਹ ਹੁੰਦਾ ਆ ਹਿਸਾਬ ਕਿਤਾਬ ਵੀ, ਇੱਕ ਤੇ ਖੜਕਾ ਨਹੀਂ ਉੱਥੇ ਕਰਨਾ, ਤੇ ਰਾਤ ਜਾਣਾ ਹੁੰਦਾ ਤੇ ਤੂੰ ਮੇਰੇ ਨਾਲ ਮੇਰੇ ਪਿੱਛੇ ਤੁਰੇ ਆਉਣਾ, ਹੋਰ ਕੋਈ ਖਤਰਾ ਨਹੀਂਗਾ ਹੋਏਗਾ। ਤੇ ਹੋ ਵੀ ਸਕਦਾ ਜੇ ਰੌਲਾ ਪਵੇ ਜਾਂ ਕੋਈ ਇਹੋ ਜਿਹੀ ਗੱਲ ਹੋ ਜੇ ਤੇ ਵੀ ਬਾਰਡਰ ਸੌਖੀ ਗੱਲ ਨਹੀਂ ਹੈਗੀ। ਉਦੋਂ ਤਾਂ ਇੱਥੇ ਕੁਝ ਹੁੰਦਾ ਨਹੀਂ ਹੋਣਾ, ਤਾਰ ਨਹੀਂ ਹੋਣੀ? ਨਹੀਂ, ਬਿਲਕੁਲ ਕੋਈ ਤਾਰ ਨਹੀਂ ਸੀ। ਫਿਰ ਚੌਂਕੀਆਂ ਸਾਡੇ ਬੰਨੇ ਤੇ ਹੈਗੀਆਂ ਸੀ ਕਿਤੇ 5 ਕਿਲੋਮੀਟਰਾਂ ਤੇ ਜਾਂ 7 ਕਿਲੋਮੀਟਰਾਂ ਤੇ। ਉਹ ਵੀ ਉਦੋਂ ਨਾ ਪਹਿਲਾਂ ਇੱਥੇ PAP ਹੁੰਦੀ ਸੀ। ਅੱਛਾ। BSF ਨਹੀਂ ਸੀ ਹੈਗੀ, PAP ਹੁੰਦੀ ਸੀ। ਤੇ ਉਹਨਾਂ ਨੇ ਉਹ ਨਾਕਾ ਲਾਉਂਦੇ ਹੀ ਨਹੀਂ ਸੀ, ਕਦੀ ਕਿਤੇ ਲਾਉਂਦੇ ਸੀ। ਉਹਨਾਂ ਦਾਰੂ ਦੂਰੂ ਪੀਤੀ ਹੋਣੀ ਤੇ ਆਪ ਹੀ ਉਹਦੇ ਆਰਾਮ ਨਾਲ ਸੁੱਤੇ ਰਹਿਣਾ। ਤੇ ਇੱਕ ਵਾਰ ਉਹ ਸੁੱਤੇ ਹੀ ਆਪਣੀਆਂ ਰਫਲਾਂ ਰੱਖ ਕੇ, ਤੇ ਮੇਰੇ ਨਾਲ ਜਿਹੜਾ ਬੰਦਾ ਸੀ ਉਹ ਕਹਿੰਦੇ ਨੇ ਕਿ ਰਫਲਾਂ ਚੁੱਕ ਲਈਏ। ਇਹ ਬੜੀ ਬਾਅਦ ਦੀ ਗੱਲ ਆ। ਤੇ ਫਿਰ ਉਹਨੂੰ ਮੈਂ ਸਮਝਾਇਆ ਵੀ ਨਹੀਂ, ਇਹ ਇਸ ਤਰ੍ਹਾਂ ਠੀਕ ਨਹੀਂ। ਤੇ ਉਹ ਉਧਰ ਆਉਣੇ ਆਪਾਂ ਪਹਿਲੇ ਚੱਕਰ ਵਾਲੇ ਵੀ ਪਹਿਲੇ ਚੱਕਰ ਉਹ ਮੈਨੂੰ ਲੈ ਗਿਆ, ਉਹਨਾਂ ਦੇ ਘਰ ਗਏ ਆਪਾਂ। ਕਿਹੜਾ ਪਿੰਡ ਸੀ ਉਹਨਾਂ ਦਾ? ਨਾ ਦੋਦੇ ਪਿੰਡ ਸੀਗਾ, ਜਿਹੜਾ ਕਿ ਹੁਣ ਜਿੱਥੇ ਸਾਨੂੰ ਰਾਹ ਮਿਲਿਆ ਕਰਤਾਰਪੁਰ ਦੇ ਗੁਰਦੁਆਰੇ ਨੂੰ, ਉਹਦੇ ਐਸ ਪਾਸੇ ਕਰਕੇ ਜਿਹੜਾ ਨਾ ਪਹਾੜ ਵਾਲੇ ਪਾਸੇ ਪਿੰਡ ਵਾ, ਬੜਾ ਵੱਡਾ ਪਿੰਡ ਆ। ਇਸੇ ਪਿੰਡ ਦੀ ਹੀ ਜ਼ਮੀਨ ਲੈ ਕੇ ਦੋਦਾ ਚੌਧਰੀ ਸੀ, ਉਹਦੇ ਕੋਲੋਂ ਜ਼ਮੀਨ ਲੈ ਕੇ ਗੁਰੂ ਨਾਨਕ ਦੇਵ ਜੀ ਨੇ ਵਾਹੀ ਕਰਨੀ ਸ਼ੁਰੂ ਕੀਤੀ ਸੀ ਕਰਤਾਰਪੁਰ। ਇਹਦਾ ਨਾਂ ਕਰਤਾਰਪੁਰ ਤਾਂ ਨਹੀਂ, ਦੋਦਾ ਹੀ ਸੀ। ਫਿਰ ਇਹ ਗੁਰੂ ਨਾਨਕ ਦੇਵ ਜੀ ਨੇ ਇਹਦਾ ਨਾਂ ਜਿਹੜਾ ਰੱਖਿਆ, ਔਰ ਗੁਰੂ ਨਾਨਕ ਦੇਵ ਜੀ 15 ਸਾਲ ਤੇ ਕੋਈ 15 ਜਾਂ 18 ਦਿਨ ਵੀ ਉੱਥੇ ਰਹੇ। ਉੱਥੇ ਉਹਨਾਂ ਨੇ ਖੇਤੀ ਸ਼ੁਰੂ ਕੀਤੀ ਤੇ ਉੱਥੇ ਉਹਨਾਂ ਨੇ ਲੰਗਰ ਦੀ ਮਹਾਨ ਪਰੰਪਰਾ ਜਿਹੜੀ ਆ ਉਹ ਚਾਲੂ ਕੀਤੀ। ਦੋਦੇ ਰਹੇ ਫਿਰ? ਹਾਂ, ਦੋਦੇ ਉਹ ਟਿਕਾਣਾ ਸੀ। ਉੱਥੋਂ ਫਿਰ ਮੈਂ ਸੋਚਿਆ ਵੀ ਮੈਨੂੰ ਅਗਲੇ ਦਿਨ ਹੀ ਲਾਹੌਰ ਲੈ ਜਾਏਗਾ ਜਾਂ ਸਿਆਲਕੋਟ ਲੈ ਜਾਏਗਾ ਜਾਂ ਨਾਰੋਵਾਲ ਲੈ ਜਾਏਗਾ। ਪਰ ਉਦੋਂ ਮੈਂ ਵੇਖਿਆ ਵੀ ਜਿਹੜੇ ਬਲੈਕਰ ਹੁੰਦੇ ਆ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਆਮ ਸਮਾਜ ਨਾਲੋਂ ਕੱਟੀ ਵੱਡੀ ਹੁੰਦੀ ਆ। ਇਹ ਆਮ ਸਮਾਜ ਜਿਸ ਤਰ੍ਹਾਂ ਚੱਲਦਾ ਉਸ ਤਰ੍ਹਾਂ ਨਹੀਂ ਚੱਲਦੇ। ਇਹਨਾਂ ਨੇ ਆਪਣੇ ਹਿਸਾਬ ਕਿਤਾਬ ਲਾਉਣੇ ਹੁੰਦੇ ਨੇ ਕਿ ਕਿੱਥੇ ਮਾਲ ਖੜਨਾ, ਕਿਸ ਤਰ੍ਹਾਂ ਖੜਨਾ, ਕਿਹੜੇ ਢੰਗ ਨਾਲ ਖੜਨਾ, ਉੱਥੇ ਮਾਲ ਦਾ ਰੇਟ ਕੀ ਆ, ਫਲਾਣੇ ਥਾਂ ਇਹ ਚੀਜ਼ ਦਾ ਕੀ ਰੇਟ ਆ। ਕਿਉਂਕਿ ਉਦੋਂ ਉੱਧਰੋਂ ਤੁਹਾਨੂੰ ਮੈਂ ਦੱਸਿਆ ਵੀ ਆਹ ਚੀਜ਼ਾਂ ਆਉਂਦੀਆਂ ਸੀ, ਤੇ ਇੱਧਰੋਂ ਜਿਹੜੀ ਵਿਸ਼ੇਸ਼ ਤੌਰ 'ਤੇ ਵਿਸਕੀ ਜਾਂਦੀ ਸੀ, ਖਾਸ ਕਰਕੇ ਅਰੈਸਟੋਕਰੇਟ ਦੀ। ਤੇ ਹੋਰ ਇੱਧਰੋਂ ਜਾਣ ਵਾਲੀਆਂ ਚੀਜ਼ਾਂ ਵੀ ਕਾਫੀ ਜਾਂਦੀਆਂ ਸੀਗੀਆਂ। ਰਬੜ ਦੀਆਂ ਜੁੱਤੀਆਂ ਉੱਧਰ ਨਹੀਂ ਬਣਦੀਆਂ, ਆ ਜਿਹੜੀਆਂ ਬੜੀਆਂ ਇੱਧਰ ਸਸਤੀਆਂ ਮਿਲਦੀਆਂ ਨੇ। ਇਹ ਤੇ ਚਲੋ ਛੱਡੋ ਵੀ ਬਿੰਦੀਆਂ ਵਗੈਰਾ ਵੀ ਜਾਂਦੀਆਂ ਸੀ ਕਹਿੰਦੇ। ਹੋਰ ਔਰਤਾਂ ਦਾ ਬੜਾ ਸਮਾਨ ਵੀ ਜਾਂਦਾ ਸੀਗਾ। ਤੇ ਵੀ ਜਿਹੜੀ ਵੀ ਮੰਗ ਉਧਰ ਦੇ ਕਰਦੇ ਸੀਗੇ ਉੱਥੋਂ ਦੇ ਸੇਠ ਲਾਲੇ, ਉਹ ਚੀਜ਼ ਹੀ ਉਹ ਇੱਧਰ ਲਿਖਾਉਂਦੇ ਸੀ, ਜਿਹੜੇ ਉਹਨਾਂ ਦੇ ਕੰਟੈਕਟ ਸੀ ਉਹਨਾਂ ਨੂੰ, ਤੇ ਉਹ ਚੀਜ਼ ਜਿਹੜੀ ਉਹ ਪ੍ਰਾਪਤ ਕਰਕੇ ਦਿੰਦੇ। ਜਦੋਂ ਪਹਿਲੀ ਵਾਰ ਤੁਸੀਂ ਗਏ ਤੁਸੀਂ ਵੀ ਨਾਲ ਲੈ ਕੇ ਗਏ ਕੁਛ?
ਨਹੀਂ ਮੈਂ ਕੁਛ ਨਹੀਂ ਖੜਿਆ, ਮੈਂ ਕਦੀ ਵੀ ਕੁਛ ਨਹੀਂ ਸੀ ਖੜਿਆ। ਤੇ ਉਹ ਫਿਰ 4-5 ਦਿਨ ਲੰਘ ਗਏ। ਮੈਂ ਘਰ ਇਧਰੋਂ ਮੈਂ ਕਿਤਾਬਾਂ ਲੈ ਗਿਆ 2-3 ਤੇ ਉਹ ਉਹਨੇ ਵੇਖ ਲਈਆਂ, ਆਂਦਾ ਇਹ ਤੇ ਗੁਰਮੁਖੀ ਆ ਤੇ ਤੂੰ ਕਿਤੇ ਫੜਿਆ ਗਿਆ ਤੇ ਤੈਨੂੰ ਨਾ ਛੱਡਣਾ ਨਹੀਂਗਾ, ਡਰਾਇਆ ਮੈਨੂੰ। ਤੇ ਇਹ ਤੂੰ ਇਸ ਤਰ੍ਹਾਂ ਕਰ ਵੀ ਕਿਤੇ ਸਾਂਭ ਕੇ ਰੱਖ ਇਹਨਾਂ ਨੂੰ। ਉਹ ਮੈਂ ਕੀ ਕੀਤਾ ਵੀ ਉਹ 4-5 ਕਿਤਾਬਾਂ ਉਹ ਜਿਹੜੀਆਂ ਸਾਨੂੰ ਸਿਲੇਬਸ ਵਿੱਚ ਵੀ ਲੱਗੀਆਂ ਸੀਗੀਆਂ। ਉਦੋਂ ਸਾਨੂੰ ਸਿਲੇਬਸ ਐਮਏ ਪਾਰਟ 1 ਦੇ ਵਿੱਚ ਸ਼ਾਇਦ ਲੱਗਾ ਸੀਗਾ ਮੜੀ ਦਾ ਦੀਵਾ, ਗੁਰਦਿਆਲ ਸਿੰਘ ਦਾ ਨਾਵਲ। ਕੁਝ ਨਾਂ ਭੁੱਲ ਗਿਆ ਵਾਂ ਵੀ ਇਸ ਤਰ੍ਹਾਂ ਕਰਕੇ ਲੱਗੀਆਂ ਸੀ ਕਿਤਾਬਾਂ। ਜਸਵੰਤ ਸਿੰਘ ਕੰਵਲ ਦਾ ਨਾਵਲ ਲੱਗਾ ਸੀਗਾ ਅੱਧ ਚਾਨਣੀ ਰਾਤ। ਤੇ ਨਹੀਂ, ਅੱਧ ਚਾਨਣੀ ਰਾਤ ਗੁਰਦਿਆਲ ਸਿੰਘ ਹੋਣਾ ਦਾ, ਉਹਨਾਂ ਦਾ ਲੱਗਾ ਸੀਗਾ ਪੂਰਨਮਾਸ਼ੀ। ਉਹ ਵੀ ਕਮਾਲ ਦਾ ਪੂਰਨਮਾਸ਼ੀ। ਇਸ ਤਰ੍ਹਾਂ ਕਰਕੇ ਨਾਵਲ ਸਾਨੂੰ ਲੱਗੇ ਸੀ ਜਿਹੜੇ ਉਹ ਹੀ ਮੇਰੇ ਕੋਲ। ਉਹ ਫਿਰ ਮੈਂ ਉਹਦੀ ਭਰਜਾਈ ਇੱਕ ਨੂੰ ਆਖਿਆ, ਮੈਂ ਕਿਹਾ ਵੀ ਭਾਬੀ ਜੀ ਇਹ ਜਿਹੜੀਆਂ ਕਿਤਾਬਾਂ ਨੇ ਨਾ ਕਿ ਇਹੋ ਜਿਹਾ ਤਾਂ ਰੱਖੋ ਵੀ ਜਿੱਥੇ ਖਰਾਬ ਤੇ ਨਾ ਹੋਣ, ਤੇ ਵੀ ਇਹਨਾਂ ਨੂੰ ਮੈਂ ਜਾਂਦਾ ਆਪਣੇ ਨਾਲ ਲੈ ਜਾਂਦਾ। ਉਹਨੇ ਫਿਰ ਮੈਨੂੰ ਉਧਰੋਂ ਕਿਤਾਬਾਂ ਲੈ ਕੇ ਦਿੱਤੀਆਂ, ਉਰਦੂ ਦੀਆਂ 1-2 ਤੇ 1-2 ਫਾਰਸੀ ਫੂਰਸੀ ਦੀਆਂ। ਤੇ ਉਹ ਫਿਰ ਮੈਂ ਆਪਣੇ ਬੈਗ ਵਿੱਚ, ਹੈਂਡ ਬੈਗ ਜਿਹੜਾ ਉਹਦੇ ਵਿੱਚ ਵੀ ਪਾ ਕੇ ਰੱਖਣੀਆਂ। ਤੇ 5-6 ਦਿਨ ਲੰਘ ਗਏ ਤੇ ਮੈਂ ਥੋੜਾ ਜਿਹਾ ਉਹਦੇ ਨਾਲ ਨਾਰਾਜ਼ ਹੋ ਗਿਆ। ਮੈਂ ਕਿਹਾ ਯਾਰ ਮੈਨੂੰ 5-6 ਦਿਨ ਹੋ ਗਿਆ ਉੱਥੇ ਮੇਰੀਆਂ ਗੈਰ ਹਾਜ਼ਰੀਆਂ ਲੱਗਣ ਡੀਆਂ ਨੇ ਤੇ ਮੈਂ ਵਿਹਲਾ ਤਾਂ ਨਹੀਂ ਗਾ ਹੈਗਾ ਤੇ ਤੂੰ ਮੈਨੂੰ ਕਿਤੇ ਖੜਿਆ ਹੀ ਨਹੀਂ। ਉਹ ਕਹਿਣ ਲੱਗਾ ਨਿਰਮਲ ਸਬਰ ਕਰ। ਤੇ ਉਹਦੀ ਮਾਂ ਨੇ ਮੈਨੂੰ ਮੇਰੇ ਨਾਲ ਬਹੁਤ ਪਿਆਰ ਕਰਨਾ, ਸਾਰੀ ਦਿਹਾੜੀ ਮੇਰੇ ਖਾਣੇ ਦਾ ਪ੍ਰਬੰਧ ਹੀ ਕਰਦੇ ਰਹਿਣਾ, ਕਦੀ ਕੋਈ ਚੀਜ਼ ਬਣਾਉਣੀ, ਕਦੀ ਕੋਈ। ਉਹਨਾਂ ਦਾ ਜਿਹੜਾ ਪਿਓ ਸੀਗਾ ਮੰਨਾ ਮਲਾਹ ਉਹਦਾ ਨਾਂ ਸੀ, ਹੁਣ ਤੇ ਵਿਚਾਰੇ 3-4 ਸਾਲ ਹੋ ਗਏ ਆ, ਉਹ ਗੁਜ਼ਰ ਗਏ ਨੇ। ਉਹੋ ਹੀ ਉੱਥੇ ਜਿਹੜਾ ਬੇੜੀ ਚਲਾਉਂਦੇ ਸੀ। ਉਹਨਾਂ ਨੇ ਸੰਨ 47 ਦੇ ਵਿੱਚ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਜਿਹੜਾ ਵਾ ਬਗੈਰ ਕਿਸੇ ਪੈਸਾ ਲੈਣ ਦੇ ਇਹ ਸਿੱਖਾਂ ਨੂੰ ਜਿਹੜਾ ਵਾ ਇੱਧਰ ਪਾਰ ਕਰਾਇਆ ਸੀਗਾ, ਤੇ ਇੱਧਰੋਂ ਮੁਸਲਮਾਨਾਂ ਨੂੰ ਜਿਹੜਾ ਵਾ ਉੱਧਰ ਕਰਾਇਆ ਸੀਗਾ। ਔਰ ਔਰਤਾਂ ਉਹਨਾਂ ਦੇ ਅੱਗੇ ਢੇਰ ਲਾ ਦਿੰਦੀਆਂ ਰਹੀਆਂ ਗਹਿਣਿਆਂ ਦੇ। ਉਹ ਕਦੀ ਉਹਨਾਂ ਨੇ ਕਿਸੇ ਦਾ ਗਹਿਣਾ ਨਹੀਂ ਛੇੜਿਆ, ਉਹਨਾਂ ਨੂੰ ਸਗੋਂ ਪਿਆਰ ਦੇ ਕੇ ਉਹ ਤੋਰਦੇ ਸੀਗੇ। ਤੇ ਉਹ ਸਿੱਖ ਸਹਿਤ ਉਹਨਾਂ ਨੇ ਉਹੀ ਕਰਤਾਰਪੁਰ ਦੇ ਗੁਰਦੁਆਰੇ ਦੀ ਜਿਹੜੀ ਆ ਉਹ ਸੇਵਾ ਕਰਦੇ ਸੀ। ਉਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਇੱਥੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਰੇ ਖਿਆਲ 'ਚ 340 ਰੁਪਈਏ ਕਿ ਜਾਂ 540 ਰੁਪਈਏ, ਹੁਣ ਮੈਨੂੰ ਪੱਕਾ ਪਤਾ ਨਹੀਂ, ਕਿ ਉਹਨਾਂ ਦੀ ਪੈਨਸ਼ਨ ਲਾਈ ਸੀ। ਤੇ ਉਹ ਉਹਨਾਂ ਨੂੰ ਜਾਂਦੀ ਸੀ ਹਰ ਮਹੀਨੇ ਮੰਨੇ ਮਿਲਾਦ। ਤੇ ਉਹ ਫਿਰ ਉਹ ਜਿਹੜੀ ਉਹ ਪੈਨਸ਼ਨ ਆ ਉੱਥੋਂ ਦੀ ਸਰਕਾਰ ਜਿਹੜੀ ਆ ਉਹਨਾਂ ਨੂੰ ਦਿੰਦੀ ਸੀ। ਤੇ ਬੜੇ ਚੰਗੇ ਇਨਸਾਨ ਸੀਗੇ। ਔਰ ਹੈਰਾਨਗੀ ਮੈਨੂੰ ਇਸ ਗੱਲ ਦੀ ਸੀ ਵੀ ਉਹ ਆਦਿ ਗ੍ਰੰਥ ਬਾਰੇ ਬਹੁਤ ਨਾਲਜ ਰੱਖਦੇ ਸੀ। ਜਪਜੀ ਸਾਹਿਬ ਤੇ ਉਹਨਾਂ ਨੂੰ ਸਾਰਾ ਜ਼ਬਾਨੀ ਯਾਦ ਸੀਗਾ। ਫਿਰ ਉਹ ਗੁਰੂਆਂ ਬਾਰੇ ਬਹੁਤ ਨਾਲਜ ਰੱਖਦੇ ਸੀਗੇ। ਤੇ ਸਾਰੀ ਦਿਹਾੜੀ ਅਸੀਂ ਉੱਥੇ ਕਰਤਾਰਪੁਰ ਗੁਰਦੁਆਰੇ 'ਚ ਬੈਠੇ ਰਹਿਣਾ ਛਾਵੇਂ। ਜਦੋਂ ਰੋਟੀ ਦਾ ਵੇਲਾ ਹੋਣਾ ਉਦੋਂ ਹੀ ਕਿਤੇ ਆਉਣਾ ਉੱਠ ਕੇ ਉੱਥੋਂ ਘਰ ਨੂੰ। ਜਿਹਨੇ ਤਾਂ ਉੱਥੇ ਸਾਰੀ ਦਿਹਾੜੀ ਇਹੋ ਹੀ ਗੱਲਾਂ ਕਰਦੇ ਰਹਿਣਾ। ਉਹਨੇ ਆਪਣੀ ਯਾਰਾਂ ਬੇਲੀਆਂ ਦੀਆਂ, ਇੱਕ ਉਹਦਾ ਯਾਰ ਸਾਡੇ ਪਿੰਡ ਵੀ ਬੈਠਾ ਸੀ ਚਰਨ ਸਿੰਘ, ਉਹਦੀਆਂ ਗੱਲਾਂ ਲੈ ਪੈਣੀਆਂ, ਜਾਂ ਹੋਰ ਨਾ ਸਾਂਝੇ ਦੋਸਤਾਂ ਮਿੱਤਰਾਂ ਦੀਆਂ ਗੱਲਾਂ ਕਰਦੇ ਰਹਿਣਾ। ਫਿਰ ਜਦੋਂ 4-5 ਦਿਨ ਹੋ ਗਏ ਤੇ ਰਾਤ ਨੂੰ ਮੀਂਹ ਪਿਆ ਸੀ ਤੇ ਸਵੇਰੇ ਮੈਨੂੰ ਗਫੂਰ ਆਂਦਾ ਵੀ ਚੱਲ ਤਿਆਰ ਹੋ। ਉਹਨੇ ਆਪਣਾ ਮੈਨੂੰ ਸਲਵਾਰ ਕਮੀਜ਼ ਪਾਉਣ ਵਾਸਤੇ ਦਿੱਤੀ, ਮੇਰੇ ਜਿੱਦਾਂ ਹੀ ਉਹਦਾ ਕੱਦ ਸੀਗਾ ਤੇ ਮੇਰੇ ਵਰਗਾ ਉਹਦਾ ਸਾਰਾ ਕੁਝ ਹੀ। ਉਹਦੀ ਘਰ ਦੀ ਨੇ ਸਬਜ਼ ਰੰਗਾ ਨਾ ਮੈਨੂੰ ਇੱਕ ਸਲਵਾਰ ਤੇ ਇੱਕ ਕਮੀਜ਼ ਦਿੱਤੀ, ਇੱਕ ਉਹਨੇ ਪਰਨਾ ਦਿੱਤਾ ਵੀ ਇਹ ਤੂੰ ਮੋਢੇ 'ਤੇ ਰੱਖਣਾ। ਤੇ ਵੀ ਮੈਨੂੰ ਸਾਰਾ ਕੁਝ ਉੱਧਰ ਦਾ ਹੀ ਕਰ ਦਿੱਤਾ। ਤੇ ਮੁੱਕ ਦੀ ਗੱਲ ਵੀ ਅਸੀਂ ਪਹਿਲਾਂ ਉੱਥੋਂ ਬੱਸ ਫੜੀ, ਉੱਥੇ ਦਰਬਾਰ ਸਾਹਿਬ ਬੱਸ ਸਟੈਂਡ ਆ ਤੇ ਦਰਬਾਰ ਸਾਹਿਬ ਹੀ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ ਗੱਡੀ ਜਿਹੜੀ ਉਹ ਲੇਟ ਸੀ। ਅਸੀਂ ਬੱਸ 'ਤੇ ਪਹਿਲਾਂ ਗਏ ਨਾਰੋਵਾਲ, ਉੱਥੇ ਉਹਨੂੰ ਕੋਈ ਕੰਮ ਸੀ, ਪਰ ਫਿਰ ਉਹਨੇ ਸੋਚਿਆ ਵੀ ਚੱਲ ਇਹ ਕੰਮ ਫੇਰ ਕਰ ਲਾਂਗੇ। ਉਹ ਅਸੀਂ ਫਿਰ ਉਸੇ ਬੱਸ 'ਤੇ ਚੜ੍ਹ ਗਏ। ਉਹ ਬੱਸ 'ਤੇ ਚੜ੍ਹ ਕੇ ਤੇ ਅਸੀਂ ਸਿਆਲਕੋਟ ਚਲੇ ਗਏ। ਸਿਆਲਕੋਟ ਬੱਸ ਸਟੈਂਡ ਤੋਂ ਜਿੱਥੋਂ ਤੱਕ ਮੈਨੂੰ ਹੁਣ ਚੇਤੇ ਆ, ਕਿਉਂਕਿ ਲਗਭਗ 1.5-2 ਕਿਲੋਮੀਟਰ ਅਸੀਂ ਪਿੱਛੇ ਉਤਰ ਗਏ। ਤੇ ਉਹ ਇੱਕ ਨਾ ਗਲੀ ਦੇ ਵਿੱਚ ਮੈਨੂੰ ਲੈ ਵੜਿਆ। ਉਹ ਕਈ ਮੋੜ ਘੋੜ ਮੁੜਤੀ ਸੀ ਗਲੀ ਤੇ ਇੱਕ ਥਾਂ ਤੇ। ਫਿਰ ਉਹਨੇ ਮੈਨੂੰ ਖਿਲਾਰਿਆ ਤੇ ਮੈਨੂੰ ਕਹਿਣ ਲੱਗਾ ਵੀ ਵੇਖ ਨਿਰਮਲ, ਤੂੰ ਤੇ ਮੇਰਾ ਦੋਸਤ ਆ, ਜਿਹੜੇ ਘਰ ਅਸੀਂ ਚੱਲੇ ਆ ਉਹ ਘਰ ਦੇ ਸਿਰ ਉੱਤੇ ਸਾਡਾ ਕਾਰੋਬਾਰ ਚੱਲਦਾ। ਵੀ ਅਸੀਂ ਜਿੰਨੀਆਂ ਚੀਜ਼ਾਂ ਲੈਂਦੇ ਆ ਬਲੈਕ ਦੀਆਂ ਸਾਰੀਆਂ ਉਹ ਘਰੋਂ ਲੈਂਦੇ ਆ, ਤੇ ਜਿਹੜੀਆਂ ਲਿਆਉਂਦੇ ਆ ਉਹ ਵੀ ਮਾਲ ਅਸੀਂ ਉਹਨਾਂ ਨੂੰ ਦਿੰਦੇ ਆ। ਤੇ ਉਹ ਬੰਦਾ ਜਿਹੜਾ, ਉਹਦੀ ਇੱਕ ਭੈਣ ਆ ਕਾਲਜ ਵਿੱਚ ਪੜ੍ਹਦੀ, ਤੇ ਉਹ ਬੜੀ ਫਰੈਂਕ ਆ। ਤੇ ਤੂੰ ਐਵੇਂ ਕਿਤੇ ਹੋਰ ਨਾ ਕੋਈ ਸਿਆਪਾ ਪਾ ਪਈ ਕਿ ਉਹਨੇ ਤੇਰੇ ਨਾਲ ਬੜੀ ਫਰੈਂਕਲੀ ਮਤਲਬ ਤੇਰੇ ਨਾਲ ਗੱਲਬਾਤ ਕਰੇਗੀ। ਤੇ ਫਿਰ ਮੈਂ ਉਹਨੂੰ ਯਕੀਨ ਦਵਾਇਆ ਕਿ ਗਫੂਰ ਇਹੋ ਜਿਹੀ ਕੋਈ ਗੱਲ ਨਹੀਂ, ਕਿ ਮੈਂ ਇਹੋ ਜਿਹਾ ਬੰਦਾ ਹੈ ਨਹੀਂ, ਤੈਨੂੰ ਪਤਾ। ਤੇ ਮੈਂ ਇਹੋ ਜਿਹੀ ਗੱਲ ਕਿਉਂ ਕਰਾਂਗਾ, ਮੈਂ ਤਾਂ ਅੱਗੇ ਇੱਥੇ ਲੁਕਦਾ ਫਿਰਦੇ ਆ। ਤੇ ਉਹ ਫਿਰ ਅਸੀਂ ਚਲੇ ਗਏ ਉਹ ਘਰ ਵਿੱਚ। ਤੇ ਉਹ ਬਾਹਰ ਨਾ ਪਹਿਰੇਦਾਰ ਸੀਗਾ, ਉਹਨਾਂ ਨੇ ਆਪਣੀ ਪ੍ਰਾਈਵੇਟ ਫੋਰਸ ਰੱਖੀ ਸੀਗੀ।
ਤੇ ਉਹ ਜਾਣਦੇ ਹੀ ਪਹਿਲਾਂ ਹੀ ਗਫੂਰ ਨੂੰ ਉਹਨਾਂ ਨੇ ਇੰਨਾ ਜ਼ਰੂਰ ਪੁੱਛਿਆ ਵੀ ਇਹ ਮੁੰਡਾ ਨਾਲ ਦਾ ਕੌਣ ਆ। ਉਹ ਕਹਿੰਦਾ ਮੇਰਾ ਰਿਸ਼ਤੇਦਾਰ ਆ, ਕੋਈ ਮੇਰੀ ਮਾਸੀ ਦਾ ਮੁੰਡਾ। ਤੇ ਉਹ ਚਲੇ ਗਏ। ਅਸੀਂ ਅੱਗੇ ਗਾਂਹ ਗਏ ਤੇ ਪਹਿਲਾਂ ਤੇ ਇੱਕ ਪਲਾਟ ਆਇਆ, ਜਾਪਾਨੀ ਘਾਹ ਲੱਗਾ ਸੀਗਾ ਤੇ ਉਹਦੇ 'ਚ ਪੌਦੇ ਲੱਗੇ ਸੀਗੇ, ਕੋਈ ਮਾਲਟਿਆਂ ਦੇ, ਕੀਨੂਆਂ ਦੇ, ਇਸ ਤਰ੍ਹਾਂ ਕਰਕੇ। ਉਹਦੇ ਅੱਗੇ ਜਿਹੜੀ ਆ ਕੋਠੀ ਸ਼ੁਰੂ ਹੁੰਦੀ ਸੀ ਤੇ ਉਹ ਇੱਕ ਕੁੜੀ ਨਾ ਅੰਦਰੋਂ ਦੌੜ ਕੇ ਨਿਕਲੀ ਕਿ ਜਿਸ ਤਰ੍ਹਾਂ ਉਹਦੇ ਮਗਰ ਪਿਆ ਹੁੰਦਾ ਕੋਈ। ਅਸਲ ਵਿੱਚ ਨਾ ਅੰਦਰੋਂ ਭੈਣ ਭਰਾ ਕੁਝ ਲੜਨ ਡਏ ਸੀ ਕਿਸੇ ਗੱਲ ਤੋਂ, ਤੇ ਉਹ ਉਹਨੂੰ ਮਾਰਨ ਲੱਗਾ ਹੋਣਾ ਤੇ ਉਹ ਕੁੱਟ ਖਾਣ ਤੋਂ ਡਰਦੀ ਮਤਲਬ ਬਾਹਰ ਭੱਜੀ। ਤੇ ਕਿਤਾਬਾਂ ਉਹਨੇ ਇਸ ਤਰ੍ਹਾਂ ਕਰਕੇ ਹਿੱਕ ਨਾਲ ਲਾਈਆਂ ਸੀਗੀਆਂ। ਤੇ ਉਹ ਜਦੋਂ ਉਹਨੇ ਸਾਨੂੰ ਦੋਵਾਂ ਨੂੰ ਵੇਖਿਆ ਤੇ ਇੱਕਦਮ ਚੁੱਪ ਹੋ ਗਈ ਤੇ ਉਹ ਉੱਚੀ ਉੱਚੀ ਕਹਿਣ ਲੱਗ ਪਈ, ਭਾਈ ਜਾਨ ਬਾਹਰ ਨਿਕਲੋ, ਗਫੂਰ ਭਾਈ ਰਸਤਾ ਭੁੱਲ ਗਿਆ। ਅੱਜ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਨੇ ਕੋਈ ਬੂਟੀ ਸੁੰਘ ਲਈ ਆ। ਇਹ ਕੋਈ ਚਿਰਾਂ ਬਾਅਦ ਉਹ ਕਿਉਂ ਗਿਆ ਸੀਗਾ ਤੇ ਉਹਦਾ ਭਰਾ ਜਿਹਨੂੰ ਖਾਨ ਹੀ ਸਾਰੇ ਲੋਕ ਕਹਿੰਦੇ ਸੀ, ਨਾਂ ਤੇ ਉਹਦਾ ਹੋਰ ਸੀ, ਹੁਣ ਮੈਨੂੰ ਉਹ ਵੀ ਭੁੱਲ ਗਿਆ ਵਾ, ਕਿਤਾਬ ਵਿੱਚ ਲਿਖਿਆ ਉਹਦਾ ਨਾਮ ਆ ਅਸਲੀ। ਤੇ ਉਹ ਨਿਕਲਿਆ ਸਿਗਰਟ ਪੀਂਦਾ ਤੇ ਬੜੇ ਪਿਆਰ ਦੇ ਨਾਲ ਮਿਲਿਆ। ਫਿਰ ਸਾਨੂੰ ਅੰਦਰ ਲੈ ਗਿਆ। ਉਹਨੂੰ ਆਪਣੀ ਭੈਣ ਨੂੰ ਕਹਿੰਦਾ ਵੀ ਸੀਮਾ ਤੂੰ ਫੇਰ ਚਲੇ ਜਾਈਂ ਕਾਲਜ, ਸਾਨੂੰ ਲੱਸੀ ਬਣਾ ਦੇ। ਉਹ ਕਹਿੰਦੀ ਹੁਣੇ ਬਣ ਜਾਂਦੀ ਆ। ਤੇ ਉਹ ਆਪਣੇ ਕਿਚਨ 'ਚ ਗਈ, ਉੱਥੇ 4-5 ਗਲਾਸ ਵੀ ਉਹਨੇ ਲੱਸੀ 'ਤੇ ਬਣਾ ਕੇ ਲਿਆਂਦੇ, ਬੜੀ ਸ਼ਾਨਦਾਰ ਲੱਸੀ। ਤੇ ਐਡੇ ਐਡੇ ਗਲਾਸ ਸਾਨੂੰ ਜਿਹੜੇ ਪੁਰਾਣੇ ਜਿਹਨੂੰ ਕੜੇ ਵਾਲੇ ਗਲਾਸ ਕਹਿੰਦੇ ਆ ਵੀ ਉਹ ਪੀਣ ਨੂੰ ਦਿੱਤੇ। ਉਹ ਮੈਂ ਤੇ ਪੌਣਾ ਕੁ ਗਲਾਸ ਪੀਤਾ ਤੇ ਉਹੀ ਮਹਾ ਮੁਕਾ ਸਕਿਆ, ਪਰ ਉਹ ਜਵਾਨ ਜਿਹੜੇ ਉਹਨਾਂ ਨੇ 2-2 ਗਲਾਸ ਵੀ ਪੀ ਲਏ ਉਹਦੇ। ਤੇ ਫਿਰ ਚਲੋ ਗੱਲਾਂ ਬਾਤਾਂ ਹੋਣ ਲੱਗ ਪਈਆਂ। ਉਹ ਕਹਿਣ ਲੱਗੀ ਆਪਣੇ ਭਰਾ ਨੂੰ ਵੀ ਮੈਂ ਨਹੀਂ ਅੱਜ ਕਾਲਜ ਜਾਣਾ। ਉਹ ਕਹਿੰਦਾ ਮੈਨੂੰ ਪਤਾ ਕਿਉਂ ਨਹੀਂ ਜਾਣਾ, ਵੀ ਇਹ ਬੰਦਾ ਜਿਹੜਾ ਪਾਰੋਂ ਆਇਆ, ਉਹ ਗਫੂਰ ਨੇ ਕਿਤੇ ਅਸਲ ਵਿੱਚ ਉਹਨੂੰ ਦੱਸ ਦਿੱਤਾ, ਪਾਸੇ ਹੋ ਗਏ ਵੀ ਆ ਜਿਹੜਾ ਮੇਰੇ ਨਾਲ ਬੰਦਾ ਆਇਆ ਇਹ ਚੜ੍ਹਦੇ ਪੰਜਾਬ ਦਾ ਵਾ ਔਰ ਇਹ ਯੂਨੀਵਰਸਿਟੀ 'ਚ ਪੜ੍ਹਦਾ ਵਾ, ਇਹ ਲੇਖਕ ਵੀ ਆ। ਪਹਿਲੀ ਕਿਤਾਬ 10ਵੀਂ 'ਚ ਪੜ੍ਹਦੇ ਹੀ ਛਪ ਗਈ ਸੀ, ਉਹਦਾ ਨਾਂ ਸੀ ਗੱਲ ਉੱਤੇ ਨੀਲ ਪੈ ਗਿਆ। ਉਹ ਡਿਊਟ ਗੀਤ ਸੀਗੀ। ਅੱਛਾ। ਹਾਂਜੀ, ਪਹਿਲੀ ਕਿਤਾਬ ਮੇਰੀ 10ਵੀਂ 'ਚ ਪੜ੍ਹਦੇ ਛਪੀ। ਕਾਮਰੇਡ ਡਿਊਟ ਕੀਤਾ ਵੱਲ ਕਿਵੇਂ ਚੱਲ ਪਿਆ ਸੀ? ਵੀ ਇਹ ਪਹਿਲਾਂ ਹੀ ਹੈਗਾ ਸੀਗਾ। ਫਿਰ ਜਦੋਂ ਮੈਂ ਬਾਅਦ ਵਿੱਚ ਇਹ ਇੱਧਰ ਆਇਆ ਨਾ, ਫਿਰ ਮੈਂ ਇਹੋ ਜਿਹੇ ਨਹੀਂ ਗੀਤ ਲਿਖੇ। ਫਿਰ ਮੈਂ ਕਿਤਾਬ ਇੱਕ ਲਿਖੀ ਸੀ ਰੁੱਤ ਆਈ ਤਲਵਾਰਾਂ ਦੀ, ਉਹ ਜਿਹੜੀ ਕਿ ਸੰਤ ਰਾਮਦਾਸੀ ਟਾਈਪ ਜਾਂ ਪਾਸ਼ ਟਾਈਪ ਸੀਗੇ ਕਵਿਤਾਵਾਂ ਤੇ ਗੀਤ। ਤੇ ਉਹ ਇਸ ਗੱਲ ਨਾਲ ਆਉਣੇ ਆ ਮੁੜ ਕੇ ਵੀ ਉਹ ਮੈਨੂੰ ਫਿਰ ਬੜਾ ਕੁਝ ਪੁੱਛਣ ਲੱਗ ਪਈ। ਫਿਰ ਵੀ ਦੁਪਹਿਰ ਵੀ ਅਸੀਂ ਉੱਥੇ ਹੀ ਮੈਂ ਰਿਹਾ ਤੇ ਉਹ ਸ਼ਾਮੇ ਅਸੀਂ ਮੰਜਾ ਢਾਹ ਲਿਆ। ਇਹ ਦੋਵੇਂ ਜਿਹੜੇ ਸੀ ਗਫੂਰ ਤੇ ਖਾਨ, ਇਹ ਉਤਲੀ ਮੰਜ਼ਲ ਤੇ ਚਲੇ ਗਏ। ਇਹਨਾਂ ਨੇ ਕੋਈ ਪੁਰਾਣਾ ਹਿਸਾਬ ਕਰਨਾ ਸੀ ਆਪਣੇ ਮਾਲ ਦਾ। ਇਹ ਕਿਤੇ ਮਾਲ ਦਾ ਹਿਸਾਬ ਸੁਭ ਕਰਦੇ ਰਹੇ ਤੇ ਉਹਨਾਂ ਚਿਰ ਵੀ ਉਹ ਮੈਨੂੰ ਬੜੇ ਸਵਾਲ ਪੁੱਛਦੀ ਰਹੀ ਵੀ ਉਧਰ ਵੀ ਲੋਕ ਸਾਡੇ ਵਰਗੇ ਨੇ, ਜਿਸ ਤਰ੍ਹਾਂ ਵੀ ਪੁੱਛਦੇ ਨੇ ਉਹ ਕੱਪੜੇ ਕਿਸ ਤਰ੍ਹਾਂ ਦੇ ਪਾਉਂਦੇ ਆ, ਤੁਹਾਡੇ ਵਿਆਹ ਕਿਸ ਤਰ੍ਹਾਂ ਹੁੰਦੇ ਨੇ, ਇਹ ਜਿਹੜੀਆਂ ਕੁੜੀਆਂ ਨੇ ਕੀ ਉਹ ਚੂੜਾ ਪਾਉਂਦੀਆਂ ਨੇ। ਜਿਸ ਤਰ੍ਹਾਂ ਮੈਂ ਕਿਹਾ ਵੀ ਤੁਹਾਡੇ ਵਾਲਾ ਹੀ ਸਾਰਾ ਕੁਝ ਆ, ਉੱਥੇ ਕੋਈ ਅਦਲਾ ਬਦਲੀ ਨਹੀਂ ਹੈਗੀ, ਸਿਰਫ ਭਾਸ਼ਾ ਦੇ ਵਿੱਚ 2-4 ਸ਼ਬਦਾਂ ਦਾ ਹੇਰ ਫੇਰ ਹੈਗਾ। ਬਾਕੀ ਤਾਂ ਮੈਂ ਕਿਹਾ ਜਿਸ ਤਰ੍ਹਾਂ ਤੂੰ ਬੋਲਣ ਡਈ ਆ ਉਹਦਾ ਹੀ ਮੈਂ ਬੋਲਣ ਡਿਆ। ਤੇ ਇਸ ਤਰ੍ਹਾਂ ਕਰਦਿਆਂ ਨਾ ਅਸੀਂ ਇੱਕ ਦੂਜੇ ਦੇ ਵੀ ਨੇੜੇ ਹੋ ਗਏ। ਸਾਨੂੰ ਮਹਿਸੂਸ ਹੋਇਆ, ਦਿਲ ਨੇ ਮਹਿਸੂਸ ਕਰਾਇਆ ਕਿ ਅਸੀਂ ਇੱਕ ਦੂਜੇ ਵੱਲ ਖਿੱਚੇ ਗਏ ਹਾਂ। ਵੀ ਉਹ ਜਦੋਂ ਮੇਰੇ ਵੱਲ ਵੇਂਦੀ ਸੀ ਤਾਂ ਇੱਕ ਟੱਕ ਵੇਂਦੀ ਸੀ, ਜਦੋਂ ਮੈਂ ਵੇਖਦਾ ਉਹਦੇ ਵੱਲ ਤਾਂ ਇੱਕ ਟੱਕ ਵੀ ਵੇਖਦਾ ਸੀਗਾ। ਤਾਂ ਉਹਨੇ ਮੈਨੂੰ ਬੜਾ ਜ਼ੋਰ ਲਾਇਆ। ਗਫੂਰ ਨੇ ਫਿਰ ਉੱਤੋਂ ਆ ਗਏ, ਖਾਣਾ ਖਾ ਕੇ ਤੇ ਕਹਿੰਦਾ ਵੀ ਨਿਰਮਲ ਆਪਾਂ ਜਾਣਾ ਵਾ। ਤੇ ਮੈਂ ਕਿਹਾ ਭਾਊ ਜੀ ਤੁਸੀਂ ਮੈਨੂੰ ਇੱਥੇ ਛੱਡ ਜਾਓ। ਸੀਮਾ ਨੇ ਬਹੁਤ ਜ਼ੋਰ ਲਾਇਆ ਵੀ ਇਹਨੂੰ ਤੁਸੀਂ ਛੱਡ ਜਾਓ ਤੇ ਜਦੋਂ ਉੱਧਰੋਂ ਅੱਗੋਂ ਆਓਗੇ ਲਾਹੌਰੋਂ ਉਦੋਂ ਜਾਣ ਲੱਗੇ ਇਹਨੂੰ ਲੈ ਜਿਓ। ਪਰ ਉਹ ਬੰਦੇ ਨੇ ਮੈਨੂੰ ਟਿਕਣ ਨਹੀਂ ਦਿੱਤਾ। ਪਤਾ ਨਹੀਂ ਜਾਂ ਤੇ ਉਹਨੂੰ ਸ਼ੱਕ ਹੋ ਗਿਆ ਜਾਂ ਕੀ ਗੱਲ ਹੋਈ ਵੀ ਮੈਨੂੰ ਕਹਿਣ ਲੱਗਾ ਨਹਾ ਫਟਾਫਟ। ਉਹ ਘਰ 'ਚ ਉਹਦੇ ਟਿਊਬਵੈੱਲ ਲੱਗਾ ਸੀ, ਚਵੱਚੇ ਵਗੈਰਾ ਬਣੇ ਸੀ ਕਿ ਬਾਥਰੂਮ, ਤੇ ਮੈਂ ਚਲੋ ਅੱਧੇ ਜੇ ਮਨ ਦੇ ਨਾਲ ਨਹਾਤਾ। ਤੇ ਕਿਉਂਕਿ ਧਿਆਨ ਤੇ ਮੇਰਾ ਉਹਦੇ ਵਿੱਚ ਸੀ ਤੇ ਨਹਾ ਨੂੰ ਕੇ ਅਸੀਂ ਚਲੋ ਵੀ ਥੋੜ੍ਹਾ ਖਾਣਾ ਖਾਧਾ ਤੇ ਮੈਨੂੰ ਅੰਦਰ ਜਾ ਕੇ ਕਹਿਣ ਲੱਗੀ ਵੀ ਤੁਸੀਂ ਮੁੜ ਕੇ ਆਓਗੇ। ਮੈਂ ਕਿਹਾ ਵੀ ਜ਼ਰੂਰ ਆਊਂਗਾ। ਇਹ ਨਹੀਂ ਜਿਹੜੇ ਪਰਦੇਸੀ ਹੁੰਦੇ ਨੇ ਉਹ ਇਸ ਤਰ੍ਹਾਂ ਲਾਰਾ ਲਾਉਂਦੇ ਨੇ, ਮੈਂ ਕਿਤਾਬਾਂ 'ਚ ਪੜ੍ਹਿਆ ਤੇ ਮੁੜ ਕੇ ਨਹੀਂ ਉਹ ਕਦੀ ਆਉਂਦੇ। ਮੈਂ ਕਿਹਾ ਵੀ ਨਹੀਂ ਮੈਂ ਉਹਨਾਂ 'ਚੋਂ ਨਹੀਂਗਾ, ਮੈਂ ਆਵਾਂਗਾ। ਤੇ ਕਹਿੰਦੀ ਫਿਰ ਜ਼ਰੂਰ ਆਇਓ। ਮੈਂ ਕਿਹਾ ਜ਼ਰੂਰ ਆਵਾਂਗਾ। ਤੇ ਇਹ ਰੋਣ ਲੱਗ ਪਈ। ਮੇਰਾ ਵੀ ਮਨ ਬੜਾ ਖਰਾਬ ਹੋਇਆ। ਮੈਂ ਕਿਹਾ ਵੀ ਠੀਕ ਨਹੀਂ। ਫਿਰ ਚਲੋ ਅਸੀਂ ਆਉਣਾ ਹੀ ਸੀ। ਅਸੀਂ ਆਏ, ਜਦੋਂ ਕਾਰ ਵਿੱਚ ਬੈਠੇ, ਖਾਨ ਚਲਾ ਰਿਹਾ ਸੀਗਾ, ਡਰਾਈਵਿੰਗ ਸੀਟ 'ਤੇ ਸੀ ਤੇ ਗਫੂਰ ਉਹਦੇ ਨਾਲ ਬੈਠਾ ਸੀ, ਮੈਂ ਪਿਛਲੀ ਸੀਟ 'ਤੇ ਹਾਂ। ਤੇ ਉਹਨੇ ਦੂਰੋਂ ਜਿਹੜਾ ਇਸ ਤਰ੍ਹਾਂ ਕਰਕੇ ਮੈਨੂੰ ਟਾਟਾ ਕੀਤਾ ਤੇ ਉਹ ਮੈਂ ਵੀ ਕੀਤਾ ਗਾੜੀਆਂ। ਉਹ ਤਾਂ ਨਹੀਂ ਭੁੱਲਦਾ ਜੀ, ਚੋਰੀ ਉਹਨਾਂ ਆਪਣੇ ਖਾਨ ਤੋਂ, ਕਿਉਂਕਿ ਉਹ ਗੱਲੀ ਲੱਗੇ ਸੀ, ਮੈਨੂੰ ਪਤਾ ਸੀ ਉਹ ਸ਼ੀਸ਼ੇ ਥਾਣੇ ਨਹੀਂ ਦੇਖ ਰਿਹਾ।
ਤੇ ਉਹ ਮੇਰਾ ਦਾ ਲੱਗ ਗਿਆ ਤੇ ਮੈਂ ਵੀ ਇਸ ਤਰ੍ਹਾਂ ਗਾੜੀ ਨੂੰ ਕੀਤਾ। ਇਹ ਮੇਰਾ ਪਹਿਲਾ ਹੈਗਾ ਇਹ ਚੱਕਰ। ਫਿਰ ਹੁਣ ਫਿਲਮ ਚੱਲ ਰਹੀ ਹੈ ਅੱਖਾਂ ਮੂਹਰੇ। ਹਾਂ ਪੂਰੀ ਚੱਲ ਰਹੀ ਹੈ ਵੀ ਕਿਵੇਂ ਸੀ, ਕਿਸ ਤਰ੍ਹਾਂ ਦਾ ਉਹਨੇ ਸੂਟ ਪਾਇਆ ਸੀਗਾ, ਕਿਸ ਤਰ੍ਹਾਂ ਦਾ ਉਹਨੇ ਉਹਦਾ ਪੂਰਾ ਜਿਹਾ ਰੰਗ ਸੀਗਾ, ਜਿਹੜਾ ਉਹਦਾ ਪਰਸ ਸੀਗਾ, ਕੁਝ ਕਿਤਾਬਾਂ ਹੀ ਸੀ 2 ਕੁ। ਤੇ ਮੈਂ ਆ ਗਿਆ ਇੱਧਰ ਯੂਨੀਵਰਸਿਟੀ ਤੇ, ਪਰ ਮੈਨੂੰ ਟਿਕਾ ਕੋਈ ਨਾ ਆ ਗਿਆ। ਹੁਣ ਜਿਹੜਾ ਉਹਨਾਂ ਦਾ ਸੀਗਾ ਗਫੂਰ ਹੋਣਾ ਦੀ ਡੇਟ ਉਹ ਅਜੇ ਦੂਰ ਸੀਗੀ। ਤੇ ਮੈਂ ਕੀ ਕੀਤਾ ਵੀ ਇੱਧਰ ਇੱਕ ਛਿੰਦਾ ਮੁੰਡਾ ਸੀਗਾ, ਗਰਾਏ ਕੋਟ ਪਿੰਡ ਦਾ ਸੀਗਾ, ਗਰਾਏ ਕੋਟ ਅਲੀਵਾਲ ਦੇ ਲਾਗੇ ਆ। ਹਾਂ ਉਹ ਜਿਹੜਾ ਛਿੰਦਾ ਸੀ ਉਹ ਨਾ ਇੱਕ ਗਰੀਬ ਘਰ ਦਾ ਮੁੰਡਾ ਸੀ ਜੀ, ਪਰ ਉਹਨੂੰ ਆਪਣੇ ਮਾਮਿਆਂ ਕੋਲ ਇਹੀ ਚੇਟਕ ਲੱਗੀ ਛੋਟੇ ਹੁੰਦੇ ਨੂੰ ਵੀ ਉਹ ਕ੍ਰਾਸ ਕਰਨਾ ਉਹਨੇ ਸ਼ੁਰੂ ਕਰ ਦਿੱਤਾ ਬਾਰਡਰ। ਮੈਂ ਅੰਦਾਜ਼ਾ ਲਾਇਆ ਕਿਉਂਕਿ ਇਹ ਜਿਨ੍ਹਾਂ ਨੇ ਲਾਈਆਂ ਹੁੰਦੀਆਂ ਨੇ ਮੁਹੱਬਤਾਂ, ਇਹ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੇ ਵਿੱਚ ਕਿੰਨੀ ਅੱਗ ਹੁੰਦੀ ਆ ਤੇ ਕਿੰਨੀ ਖਿੱਚ ਹੁੰਦੀ ਆ। ਮੈਨੂੰ ਦਿਨ ਰਾਤ ਚੈਨ ਨਹੀਂ ਆ ਰਿਹਾ। ਮੈਂ ਸੋਚਿਆ ਵੀ ਉਹ ਬੰਦਾ ਮੇਰੇ ਨਾਲ ਜਾ ਸਕਦਾ ਤੇ ਉਹਨੂੰ ਜੇ ਲਾਲਚ ਦਿੱਤਾ ਜਾਏ ਥੋੜ੍ਹਾ ਬਹੁਤਾ। ਮੈਂ ਉਹਨੂੰ ਕੀ ਕੀਤਾ ਵੀ ਉਦੋਂ ਨਾ ਰਾਈਸਟੋਕਰੇਟ ਦੀ ਪੇਟੀ ਆਉਂਦੀ ਹੁੰਦੀ ਸੀ ਸ਼ਾਇਦ 500 ਤੇ 17 ਰੁਪਈਆਂ ਦੀ, ਤੇ ਇੱਕ ਅੱਧਾ ਨਾਲ ਮੁਫਤ ਦਿੰਦੇ ਸੀ ਪੀਣ ਨੂੰ। ਪੇਟੀ ਦੇ ਪੈਸੇ ਲੈਂਦੇ ਸੀ ਤੇ ਇੱਕ ਅੱਧਾ ਜਿਹੜਾ ਉਹਦਾ ਕੋਈ ਪੈਸਾ ਨਹੀਂ ਲੈਂਦੇ। ਇੱਕ ਪੇਟੀ ਉਹਨੂੰ ਮੈਂ ਲੈ ਕੇ ਦਿੱਤੀ ਤੇ ਇੱਕ ਪੇਟੀ ਮੈਂ ਆਪ ਲਈ। ਉਹ ਕੀ ਕਰਦੇ ਸੀ ਵੀ ਪੇਟੀ ਨੂੰ ਖੇਡ ਦਿੰਦੇ ਸੀ ਤੇ ਖੇਡ ਕੇ ਤੇ ਉਹ 'ਚੋਂ ਬੋਤਲਾਂ ਕੱਢ ਕੇ ਤੇ ਅੱਧੀਆਂ ਬੋਤਲਾਂ ਆਪਣਾ ਜਿਹੜਾ ਪਰਨਾ ਉਹਨਾਂ ਨੇ ਹੁੰਦਾ ਸੀਗਾ ਉਹਦੇ ਇੱਕ ਬੰਨੇ ਬੰਨ੍ਹ ਲੈਂਦੇ ਸੀ ਤੇ ਅੱਧੀਆਂ ਬੋਤਲਾਂ ਜਿਹੜੀਆਂ ਦੂਜੇ ਬੰਨੇ ਬੰਨ੍ਹ ਲੈਂਦੇ ਸੀ ਤੇ ਵਿੱਚ ਜਿਹੜੀ ਹੈ ਨਾ ਉਹ ਪਰਾਲੀ ਦਿੰਦੇ ਵੀ ਖੜਕਾ ਨਾ ਹੋਵੇ, ਤੇ ਉਹ ਇਸ ਤਰ੍ਹਾਂ ਮੋਢੇ ਉੱਤੇ ਪਾ ਲੈਂਦੇ ਸੀ ਤੇ ਇਹ ਲੰਘ ਜਾਂਦੇ ਸੀ, ਕਿਉਂਕਿ ਉਦੋਂ ਡਰ ਡੁਰ ਤਾਂ ਹੈ ਨਹੀਂ ਸੀਗਾ ਕੋਈ ਵੀ। ਤੇ ਮੈਂ ਜਿਹੜਾ ਉਹ ਵੀ ਫਰੀ ਹੁੰਦਾ ਸੀ। ਕਈ ਵਾਰ ਚਲੋ ਉਹਨਾਂ ਦੀ ਮਦਦ ਕਰ ਵੀ ਦੇਣੀ, ਵੀ ਸੋਚਣਾ ਵੀ ਚਲੋ ਮੇਰੇ ਨਾਲ ਆਏ ਨੇ ਮੈਨੂੰ ਲੈ ਕੇ ਆਇਆ। ਉਹ ਮੇਰੇ ਨਾਲ ਚਲੇ ਤੇ ਗਿਆ, ਪਰ ਉਹਨੇ ਪਹਿਲਾਂ ਕਰ ਲਈ ਮੇਰੇ ਨਾਲ ਗੱਲ ਵੀ ਮੈਂ ਤੈਨੂੰ ਖੜ ਕੇ ਉੱਥੇ ਤੇ ਮੁੜ ਕੇ ਮੈਂ ਰਹਿਣਾ ਨਹੀਂ, ਮੈਂ ਆਪਣਾ ਮਾਲ ਲੈ ਕੇ ਤੇ ਆ ਜਾਣੇ, ਤੂੰ ਜਿੰਨਾ ਚਿਰ ਮਰਜ਼ੀ। ਮੈਂ ਉਹਨੂੰ ਦੱਸਿਆ ਨਹੀਂ ਉਤਰਾਂ ਵੀ ਮੈਂ ਕਿਹੜੇ ਕੰਮ ਚੱਲਿਆ, ਕਿਉਂਕਿ ਜੇ ਮੈਂ ਇੱਕ ਬੰਦੇ ਨੂੰ ਵੀ ਦੱਸ ਦਿੰਦਾ ਤੇ ਉਹਨੇ ਤੇ ਉੱਥੇ ਰੌਲਾ ਪਾ ਦੇਣਾ ਸੀਗਾ, ਸਾਰੇ ਬਾਰਡਰ ਤੇ ਰੌਲਾ ਪੈ ਜਾਣਾ ਸੀਗਾ। ਪਹੁੰਚਣਾ ਸੀਮਾ ਦੇ ਘਰ ਹੀ ਸੀ। ਹਾਂ ਜਾਣਾ ਉੱਥੇ ਸੀਗਾ। ਤਾਂ ਉਹਦੇ ਨਾਲ ਮੈਂ ਨਿਖੜ ਗਿਆ ਦੋਦਿਆਂ ਤੋਂ ਹੀ। ਉੱਥੋਂ ਮੈਂ ਉਹ ਇੱਕ ਬਲੈਕਰ ਕੋਲ ਚਲੇ ਗਿਆ। ਉਹ ਬਲੈਕਰ ਇਸੇ ਗੁਰਦਾਸਪੁਰ ਦੀ ਜੇਲ੍ਹ ਵਿੱਚ ਨਾ ਮੈਨੂੰ ਵੀ ਮਿਲਿਆ, ਇੱਥੇ ਕੈਦ ਕੱਟ ਕੇ ਗਿਆ ਸੀਗਾ। ਤੇ ਉਹਦੇ ਕੋਲ ਚਲ ਗਿਆ, ਉਹਦੇ ਕੋਲ ਮਾਲ ਲੈਂਦਾ ਸੀ, ਤੁਹਾਨੂੰ ਦਿੰਦਾ ਵੀ ਸੀ। ਤੇ ਮੈਂ ਤਾਂ ਜਾਣਾ ਸੀਗਾ ਸੀਮਾ ਕੋਲ। ਮੈਂ ਜਦੋਂ ਗਿਆ ਤੇ ਉਦੋਂ ਪਹਿਲੀ ਵਾਰ ਮੈਨੂੰ ਥੋੜ੍ਹਾ ਜਿਹਾ ਭੁਲੇਖਾ ਵੀ ਲੱਗੇ ਰਾਹ ਦਾ, ਤੇ ਇੱਕ ਥਾਂ ਥੋੜ੍ਹਾ ਜਿਹਾ ਲੱਗਾ ਵੀ, ਪਰ ਮੈਂ ਘਰ ਲੱਭ ਲਿਆ। ਮੈਂ ਗਿਆ ਤੇ ਉਹਨੇ ਜਿਹੜਾ ਬਾਹਰ ਪਹਿਰੇਦਾਰ ਸੀਗਾ ਉਹਨੇ ਮੈਨੂੰ ਰੋਕਿਆ ਤੇ ਮੈਂ ਉਹਨੂੰ ਆਖਿਆ ਵੀ ਮੈਂ ਅੱਗੇ ਵੀ ਇੱਥੇ ਆਇਆ ਵਾਂ ਤੇ ਅੱਗੇ ਆਉਣਾ ਵਾਂ ਉੱਥੇ, ਨਹੀਂ ਤੇ ਅੰਦਰ ਖਾਣ ਨੂੰ ਸੱਦ। ਜਦੋਂ ਮੈਂ ਖਾਣ ਦਾ ਨਾਂ ਲਿਆ ਤੇ ਫਿਰ ਉਹਨੇ ਮੈਨੂੰ ਅੰਦਰ ਹੀ ਜਾਣ ਦਿੱਤਾ। ਤੇ ਮੈਨੂੰ ਵੇਖ ਕੇ ਸੀਮਾ ਬਹੁਤ ਖੁਸ਼ ਹੋਈ, ਬਹੁਤ ਜ਼ਿਆਦਾ ਖੁਸ਼ ਹੋਈ। ਸੌਖਾ ਹੀ ਮਿਲਦੇ ਤਾਂ ਉੱਥੇ ਫਿਰ ਉਹ ਭੈਣ ਭਰਾ ਸੀਗੇ। ਐਕਸੀਡੈਂਟ ਦੇ ਵਿੱਚ ਉਹਨਾਂ ਦੇ ਜਿਹੜੇ ਮਾਂ ਪਿਓ ਸੀ ਉਹ ਮਰ ਗਿਆ ਸੀਗਾ ਕਿਤੇ ਛੋਟੇ ਹੁੰਦਿਆਂ ਦੇ, ਤੇ ਉਹਦਾ ਉਹ ਸਿਰਫ ਇੱਕ ਭੈਣ ਸੀ ਤੇ ਇੱਕ ਭਰਾ ਸੀ। ਹਾਂ, ਉਹ ਇੱਥੋਂ ਦੇ ਨਹੀਂ ਰਹਿਣ ਵਾਲੇ, ਉਹ ਲੰਡੀ ਕੋਤਲ ਦੇ ਏਰੀਏ ਵਿੱਚੋਂ ਆਇਆ ਸੀਗਾ। ਕੋਈ ਉਹਨਾਂ ਦਾ ਪੜਦਾਦਾ ਉੱਠ ਕੇ ਉੱਥੇ ਕੋਈ ਥੋੜ੍ਹੀ ਬਹੁਤੀ ਉਹਦੀ ਜ਼ਮੀਨ ਸੀ ਤੇ ਉੱਥੇ ਉਹ ਕਰਜ਼ਾਈ ਹੋ ਗਿਆ ਸੀ। ਤੇ ਉਹ ਇਹ ਸੋਚ ਕੇ ਇਹ ਬਾਰਡਰ ਤੇ ਆਏਗਾ ਵੀ ਇੱਥੇ ਮੈਂ ਬਲੈਕ ਕਰਿਆ ਕਰਾਂਗਾ। ਤੇ ਪਹਿਲਾਂ ਤਾਂ ਉਹਨੇ ਪਾਨਾਂ ਦੀ ਤੇ ਸਿਗਰਟਾਂ ਦੀ ਦੁਕਾਨ ਖੋਲ੍ਹੀ ਸੀ। ਉੱਥੋਂ ਫਿਰ ਹੌਲੀ ਹੌਲੀ ਉਹਨੇ ਬਲੈਕਰ ਗੰਢਣੇ ਸ਼ੁਰੂ ਕਰ ਦਿੱਤੇ ਜਿਹੜੇ ਚੰਗੇ ਚੋਟੀ ਦੇ ਸੀ। ਤੇ ਉਹ ਗੰਢਦਿਆਂ ਫਿਰ ਜਿਹੜਾ ਉਹਦਾ ਮੁੰਡਾ ਉਹਨੇ ਕਾਰੋਬਾਰ ਚੰਗਾ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹਦੇ ਤੋਂ ਗਾੜੀ ਫਿਰ ਖਾਨ ਆਇਆ ਤੇ ਖਾਨ ਨੇ ਬੜਾ ਉਹ ਚਕੋਟੀ ਦੇ ਉੱਤੇ ਲੈ ਕੇ ਗਿਆ ਕੰਮ ਨੂੰ। ਤੇ ਉਹ ਮੈਂ ਜਦੋਂ ਰਿਹਾ ਤੇ ਕੁਦਰਤੀ ਹੋਇਆ ਵੀ ਸੀਮਾ ਦੇ ਚਾਚੇ ਤਾਏ ਜਿਹੜੇ ਆ ਆਏ ਸੀਗੇ ਉੱਥੋਂ ਲੰਡੀ ਕੋਤਲ ਤੋਂ, ਤੇ ਉਹ ਸਾਡੇ ਕੋਲ ਉਹਨੂੰ ਟਾਈਮ ਨਹੀਂ ਦਿੱਤਾ ਗਿਆ। ਉਹਨੇ ਮੈਨੂੰ ਦੂਜੀ ਮੰਜ਼ਿਲ ਦੇ ਉੱਤੇ ਬਿਠਾਇਆ, ਕਹਿਣ ਲੱਗੇ ਵੀ ਤੂੰ ਇੱਥੇ ਹੀ ਰਹਿਣਾ, ਇੱਥੇ ਤੈਨੂੰ ਚਾਹ ਪਾਣੀ ਹਰ ਚੀਜ਼ ਤੈਨੂੰ ਇੱਥੇ ਮਿਲਦੀ ਜਾਊਗੀ ਤੇ ਤੂੰ ਬਹੁਤੇ ਬੰਦਿਆਂ ਦੇ ਮੱਥੇ ਨਹੀਂ ਲੱਗਣਾ। ਉਹ ਆਪਣੀ ਥਾਂ ਤੇ ਸੱਚੀ ਸੀ। ਇਹਦੇ ਕੋਲ ਕੋਈ ਸ਼ਬਦ ਹੀ ਉਹੋ ਜਿਹਾ ਨਿਕਲ ਗਿਆ ਜਾਂ ਕਿਸੇ ਨੇ ਇਹਨੂੰ ਪੁੱਛ ਲਿਆ ਵੀ ਤੂੰ ਕਿੱਥੋਂ ਵਾ, ਕਿਹੜਾ ਜ਼ਿਲ੍ਹਾ। ਤੇ ਇਹ ਆ ਵੀ ਮੈਨੂੰ ਫਿਰ 3 ਦਿਨ ਤੇ 3 ਰਾਤਾਂ ਉੱਥੇ ਹੀ ਰਹਿਣਾ ਪਿਆ। ਪਰ ਜਦੋਂ ਸਮਾਂ ਮਿਲਦਾ ਸੀ ਉਦੋਂ ਹੀ ਉਹ ਮੇਰੇ ਕੋਲ ਆ ਜਾਂਦੀ ਸੀ, ਜਦੋਂ ਸਮਾਂ ਮਿਲਦਾ ਸੀ ਉਦੋਂ ਹੀ ਮੇਰੇ ਕੋਲ ਆਉਂਦੀ ਸੀ। ਭਾਵੇਂ ਉਹ 15 ਮਿੰਟ ਕਦੀ ਬੈਠਦੀ ਸੀ, ਕਦੀ 10 ਮਿੰਟ, ਕਦੀ ਅੱਧਾ ਘੰਟਾ। ਫਿਰ ਜਿੱਦਣ ਮੈਂ ਆਉਣਾ ਸੀ ਉਦੋਂ ਫਿਰ ਉਹ ਕਹਿਣ ਲੱਗੀ ਕਿ ਨਿਰਮਲ
ਐਰਕਾਂ ਅਸੀਂ ਮਿਲ ਨਹੀਂ ਸਕੇ ਠੀਕ ਢੰਗ ਨਾਲ। ਹੁਣ ਤੂੰ ਅਗਲੀ ਵਾਰ ਆਵੀਂ, ਉਧਰ ਨੂੰ ਇਹਨਾਂ ਨੇ ਚਲੇ ਜਾਣਾ ਆਪਣੇ ਉਧਰ ਲੰਡੀ ਕੋਤਲ ਦੇ ਏਰੀਏ ਵਿੱਚ, ਤੇ ਫਿਰ ਇੱਥੇ ਮੈਂ ਹੀ ਹੋਣਾ। ਤੇ ਖਾਨ ਤੇ ਘਰ ਰਹਿੰਦੇ ਹੀ ਨਹੀਂਗਾ, ਉਹ ਤੇ ਕਦੀ ਕਿਤੇ ਜਾਂਦਾ ਕਦੀ ਕਿਤੇ ਜਾਂਦਾ, ਸਿਰਫ ਰਾਤ ਕਦੀ ਕਦੀ ਸੌਣ ਨਹੀਂ ਆਉਂਦਾ, ਉਹ ਵੀ ਨਹੀਂ ਆਉਂਦਾ। ਤੇ ਉਹਨੇ ਮੈਨੂੰ ਵੀ ਬੜਿਆਂ ਸਗਨਾਂ ਦੇ ਨਾਲ ਤੋਰਿਆ, ਤੇ ਮੈਂ ਫਿਰ ਵੀ ਜਿਹੜਾ ਉਹ ਇੱਧਰ ਆ ਗਿਆ। ਉਹ ਹੁੰਦਾ ਸੀ ਵੀ ਦਿਨੇ ਦਿਨੇ ਕਰਤਾਰਪੁਰ ਗੁਰਦੁਆਰੇ ਆ ਜੀਦਾ ਸੀ, ਉੱਥੇ ਆਣ ਕੇ ਸੌਂ ਜੀਦਾ ਸੀ। ਤੇ ਜਦੋਂ ਵੇਖਣਾ ਵੀ ਹੁਣ ਅੱਧੀ ਰਾਤ ਹੋ ਗਈ ਆ, ਤੇ ਤਾਰਿਆਂ ਦਾ ਜਿਹੜਾ ਗਿਆਨ ਵਿਗਿਆਨ ਆ, ਇਹ ਇਹਨਾਂ ਨੂੰ ਬਲੈਕਰਾਂ ਨੂੰ ਬਹੁਤ ਹੁੰਦਾ। ਉਹਨਾਂ ਤੇ ਮੇਰੇ ਖਿਆਲ ਦੇ ਵਿੱਚ ਸਾਇੰਸਦਾਨਾਂ ਨੂੰ ਵੀ ਨਹੀਂ ਇਹਨਾਂ ਹੋਣਾ ਜਿੰਨਾ ਇਹਨਾਂ ਨੂੰ ਹੁੰਦਾ। ਇਹ ਫਟ ਪਤਾ ਦੱਸ ਦਿੰਦੇ ਆ ਵੀ ਤਾਰਿਆਂ ਨੂੰ ਵੇਖ ਕੇ ਵੀ ਹੁਣ ਇੰਨੇ ਵੱਜ ਗਏ ਰਾਤ ਦੇ, ਹੁਣ ਇੰਨੇ ਵੱਜ ਗਏ ਆ, ਹੁਣ ਅੱਧੀ ਰਾਤ ਹੋ ਗਈ ਆ, ਹੁਣ ਉਹ ਜਿਹੜੀਆਂ ਖੇਤੀਆਂ ਫਲਾਣੇ ਥਾਂ ਚੱਲ ਗਈਆਂ ਨੇ, ਹੁਣ ਪਹਿਰ ਦਾ ਤੜਕਾ ਹੋ ਗਿਆ ਵਾ। ਇਹਨਾਂ ਨੂੰ ਬੜਾ ਗਿਆਨ ਹੁੰਦਾ, ਤੇ ਇਹਨਾਂ ਕੋਲ ਥੋੜ੍ਹਾ ਥੋੜ੍ਹਾ ਮੈਂ ਸਿੱਖੀ ਜਾਂਦਾ ਹਾਂ ਵੀ ਕਿਵੇਂ ਕਿਵੇਂ ਇਹਨਾਂ ਦਾ ਜਿਹੜਾ ਉਹ ਹਿਸਾਬ ਕਿਤਾਬ ਲਾਉਣਾ। ਤੇ ਉਹ ਫਿਰ ਮੈਂ ਵੀ ਦੂਜੇ ਚੱਕਰ ਵੀ ਫਿਰ ਵੀ ਮੈਂ ਇੱਧਰ ਆ ਗਿਆ, ਯੂਨੀਵਰਸਿਟੀ ਆ ਗਿਆ। ਫਿਰ ਜਿਹੜਾ ਇਹਨਾਂ ਨੇ ਟਾਈਮ ਰੱਖਿਆ ਸੀਗਾ ਗਫੂਰ ਹੋਣਾ ਨੇ, ਉਹ ਟਾਈਮ ਦੇ ਉੱਤੇ ਫਿਰ ਮੈਂ ਇਹਨਾਂ ਦੇ ਨਾਲ ਹੀ ਜਿਹੜਾ ਪਾਰ ਗਿਆ। ਤੇ ਇਸ ਤਰ੍ਹਾਂ ਫਿਰ ਕਿਉਂਕਿ ਮੈਂ ਗਫੂਰ ਨੂੰ ਪਤਾ ਲੱਗ ਗਿਆ ਸੀ ਉਦੋਂ ਤੱਕ ਨਹੀਂ, ਬਿਲਕੁਲ ਨਹੀਂ ਲੱਗਾ ਪਤਾ। ਉਹ ਮੈਨੂੰ ਪੁੱਛਦਾ ਰਿਹਾ, ਉਸ ਤਰ੍ਹਾਂ ਮੈਂ ਕਿਹਾ ਵੀ ਕੋਈ ਗੱਲ ਨਹੀਂ ਜੀ, ਸਿਰਫ ਸਾਡੀ ਇਹ ਆ ਵੀ ਮੁਹੱਬਤ ਆ ਕਲਚਰਲ ਲੈਵਲ 'ਤੇ, ਸੱਭਿਆਚਾਰਕ ਤੌਰ ਉੱਤੇ ਵੀ ਉਹਨੂੰ ਉਹ ਇੱਧਰ ਦੀਆਂ ਗੱਲਾਂ ਪੁੱਛਣ ਦੀ ਜਿਹੜੀ ਖਾਹਿਸ਼ਮੰਦ ਆ, ਤੇ ਮੈਂ ਉੱਧਰ ਦੀਆਂ ਦਾ ਖਾਹਿਸ਼ਮੰਦ ਆ। ਤੇ ਅਸੀਂ ਇੱਕ ਦੂਜੇ ਨੇ ਇਹੋ ਜਿਹੀਆਂ ਗੱਲਾਂ ਗੁੱਲਾਂ ਪੁੱਛਣੇ, ਹੋਰ ਹਾਂ ਕੀ ਕਰਨਾ ਵਾ। ਤੇ ਕਿਉਂਕਿ ਬਹੁਤੀ ਵਾਰ ਉਦੋਂ ਤੋਂ ਮੈਂ ਚੋਰੀ ਜਾਂਦਾ ਹਾਂ, ਉਹਨੂੰ ਪਤਾ ਨਹੀਂ ਸੀ ਲੱਗਦਾ ਵੀ ਨਿਰਮਲ ਇੱਧਰ ਆ ਕੇ ਤੇ ਚਲੇ ਗਿਆ ਵਾ, ਜਾਂ ਆ ਕੇ ਤੇ ਚਲੇ ਗਿਆ ਵਾ। ਜਾਂਦਾ ਹਾਂ ਕਦੀ ਜਦੋਂ ਮੈਂ ਸੋਚਦਾ ਵੀ ਹੁਣ 4 ਮਹੀਨੇ ਜਾਂ 5 ਮਹੀਨੇ ਹੋ ਗਏ ਆ, ਤੇ ਹੁਣ ਮੈਨੂੰ ਜਾਣਾ ਚਾਹੀਦਾ, ਤੇ ਫਿਰ ਮੈਂ ਘਰ ਜਾਂਦਾ ਹਾਂ। ਫਿਰ ਉਹਦੀ ਮੰਮੀ ਨੇ, ਮੰਨੇ ਮਲਾਹ ਨੇ, ਉਹਨਾਂ ਨੇ ਬੜੇ ਮੈਨੂੰ ਗੁੱਸੇ ਹੋਣਾ ਵੀ ਤੂੰ ਤੇ ਬੜੇ ਚਿਰਾਂ ਬਾਅਦ ਯਾਰ ਆਉਣਾ ਵਾ। ਤੇ ਮੈਂ ਆਖਣਾ ਵਾ ਵੀ ਮੈਂ ਉੱਥੇ ਪੜ੍ਹਦਾ ਵਾਂ, ਤੇ ਮੈਨੂੰ ਪੀਰੀਅਡ ਲਾਉਣੇ ਪੈਂਦੇ ਨੇ, ਤੇ ਪੜ੍ਹਨਾ ਵੀ ਤਾਂ ਹੋਇਆ ਨਾ, ਤੇ ਇਸ ਕਰਕੇ ਫਿਰ ਮੈਂ ਚਿਰੀ ਆਉਂਦਾ ਵਾਂ। ਇਸ ਤਰ੍ਹਾਂ ਕਰਕੇ ਸਾਰੀ ਜਿਹੜੀ ਗੱਲ ਆ ਉਹ ਲੁਕ ਜਾਂਦੀ ਸੀ। ਦੂਜੇ ਚੱਕਰ ਫਿਰ ਮੈਂ ਜਦੋਂ ਗਿਆ, ਫਿਰ ਭਈ ਅਸੀਂ ਆਪਸ ਦੀ ਪੂਰਨ ਰੂਪ ਵਿੱਚ ਜਿਹੜੇ ਆ ਵੀ ਇੱਕ ਦੂਜੇ ਦੇ ਨੇੜੇ ਹੋ ਗਏ। ਤੇ ਮੈਂ ਝੂਠ ਨਹੀਂ ਬੋਲਾਂਗਾ ਹੋਰਨਾਂ ਵਾਂਗ, ਮੈਂ ਸੱਚ ਬੋਲਾਂਗਾ ਵੀ ਸਾਡੇ ਜਿਹੜੇ ਜਿਨਸੀ ਸੰਬੰਧ ਆ ਉਹ ਵੀ ਜਿਹੜੇ ਆ ਵੀ ਹੋ ਗਏ, ਤੇ ਅਸੀਂ ਇੱਕ ਦੂਜੇ 'ਤੇ ਬਿਲਕੁਲ ਜਿਹੜਾ ਦਿਲਾਂ ਦੇ ਵਿੱਚ ਜਿਹੜਾ ਉਹ ਥਾਂ ਬਣਾ ਕੇ, ਤੇ ਜਿਹੜਾ ਵਾ ਉਹ ਸਮਾਧੀ ਲਾ ਕੇ ਬੈਠ ਗਏ। ਇਹ ਗੱਲ 81-82 ਦੀ ਹੋਈ ਹੈ? 81। ਨਿਰਮਲ ਬਾਈ, ਕਹਾਣੀ ਬੜੀ ਦਰਦਨਾਕ ਹੁੰਦੀ ਹੈ, ਹੈ ਨਾ? ਇਸ਼ਕ ਦੀ ਪੀੜ, ਵਿਛੋੜਾ, ਤਲਬ ਮਹਿਬੂਬ ਦੀ, ਔਖਾ ਹੈ ਇਸ ਸਮੇਂ ਤੋਂ ਗੁਜ਼ਰਨਾ। ਹਾਂਜੀ ਹਾਂਜੀ। ਤੇ ਤੁਸੀਂ ਵਾਪਸ ਆਉਂਦੇ ਸੀ, ਫੇਰ ਜਾਂਦੇ ਸੀ, ਕਿੰਨੇ ਕੁ ਵਾਰ ਐਵੇਂ ਹੁੰਦਾ ਰਿਹਾ? ਦੇਖੋ, ਕਈ ਵਾਰ 3 ਸਾਲ ਮੈਂ ਕ੍ਰਾਸਿੰਗ ਕੀਤੀ ਆ, ਕਈ ਵਾਰ ਹਫ਼ਤੇ ਬਾਅਦ, ਕਈ ਵਾਰਾਂ 20 ਦਿਨਾਂ ਬਾਅਦ। ਜਦੋਂ ਪੇਪਰ ਸਮੈਸਟਰ ਸਿਸਟਮ ਸ਼ੁਰੂ ਹੋ ਜਾਂਦਾ ਸੀ, ਉਦੋਂ ਮਹੀਨੇ 2 ਮਹੀਨੇ ਵੀ ਲੱਗ ਜਾਂਦੇ ਸੀ। ਕਿ ਇਹਨਾਂ ਦੀ ਕੋਈ ਗਿਣਤੀ ਪੂਰੀ ਨਹੀਂ ਮੈਂ ਰੱਖ ਸਕਿਆ, ਤੇ ਨਾ ਰਹਿੰਦੀ ਆ। ਪਰ ਹਰ ਵਾਰ ਹੀ ਬਰੂਤ ਦੇ ਢੇਰ ਉੱਤੇ ਪੈਰ ਰੱਖ ਕੇ, ਤੇ ਛਵੀਆਂ ਦੀ ਛਾਂ ਚੋਂ ਗੁਜ਼ਰ ਕੇ ਜਿਹੜਾ ਵਾ ਵੀ ਉਹਦੇ ਕੋਲ ਜਾਣਾ ਪੈਂਦਾ ਸੀਗਾ। ਕਿਉਂਕਿ ਇੱਕ ਮੌਤ ਨਹੀਂ ਸੀ। ਪਹਿਲਾਂ ਤੇ ਬੇਲੇ ਦੇ ਵਿੱਚ ਸੱਪ ਠੂੰਗੀ ਬਹੁਤ ਹੁੰਦੇ ਨੇ, ਦੂਜਾ ਗਾੜੀ ਦਰਿਆ ਸੀਗਾ, ਕਦੀ ਉਹਨੇ ਬਹੁਤ ਜ਼ਿਆਦਾ ਹੜੇ ਹੋਣਾ, ਕਦੀ ਵਿੱਚੋਂ ਦੀ ਤੁਰ ਕੇ ਵੀ ਲੰਘ ਜਾਂਦੇ ਰਹੇ ਆ। ਫਿਰ ਆਪਣੀ ਮਿਲਟਰੀ ਦਾ ਡਰ, ਉਹਨਾਂ ਦੀ ਮਿਲਟਰੀ ਦਾ ਡਰ, ਕਿਸੇ ਵੇਲੇ ਵੀ ਫੜੇ ਜਾਣ ਦਾ ਡਰ। ਇਹ ਜਿਹੜੇ ਹੈਗੇ ਆ ਡਰ ਤੇ ਇੱਕ ਮਾੜਾ ਹੁੰਦਾ, ਕਿ ਜਿਹਦੇ ਉੱਤੇ 5-7 ਡਰ ਹੋਣ, ਤੇ ਉਹ ਤੁਸੀਂ ਵੇਖ ਲਓ ਕਿ ਉਹ ਕਿਹੋ ਜਿਹੀ ਹਾਲਾਤਾਂ ਦੇ ਵਿੱਚੋਂ ਦੀ ਗੁਜ਼ਰਦਾ ਹੋਵੇ। ਤੇ ਬਹੁਤ ਕਠਿਨ ਹਾਲਾਤਾਂ ਦੇ ਵਿੱਚੋਂ ਦੀ ਮੈਂ ਗੁਜ਼ਰ ਕੇ ਜਾਂਦਾ ਸੀ, ਭਾਵੇਂ ਕਿ ਇਹਦਾ ਮੈਂ ਆਪਣੇ, ਕਿਉਂਕਿ ਉਦੋਂ ਮੈਂ ਜਵਾਨ ਸੀ। ਹੁਣ ਤੇ ਜਦੋਂ ਮੈਂ ਸੋਚਣਾ, ਤੇ ਮੈਂ ਇਹ ਵੀ ਸੋਚਣ ਲੱਗ ਪੈਂਦਾ ਵੀ ਮੈਂ ਕਰ ਕਿਵੇਂ ਗਿਆ, ਇਹ ਸਾਰਾ ਕੁਝ ਕਿਵੇਂ ਹੋ ਗਿਆ ਮੇਰੇ ਕੋਲ। ਤੇ ਪਰ ਮੈਂ ਜਾਂਦਾ ਸੀ, ਔਰ ਜਿਹੜੀ ਡੇਟ ਉਹਦੇ ਨਾਲ ਮੈਂ ਫਿਕਸ ਕਰਕੇ ਆਉਂਦਾ ਹਾਂ ਸੀਮਾ ਨਾਲ, ਉਹ ਡੇਟ 'ਤੇ ਮੈਂ ਪਹੁੰਚਦਾ ਸੀ। ਇਹ ਕੀਤਾ ਹੁੰਦਾ ਸੀ ਵੀ ਜੇ ਉਹ ਡੇਟ 'ਤੇ ਕੁਦਰਤੀ ਨਾ ਪਹੁੰਚਿਆ ਜਾਵੇ, ਤੇ ਫਿਰ ਇੱਕ ਦਿਨ ਛੱਡ ਕੇ ਜਾਣਾ ਹੁੰਦਾ, ਫਿਰ ਅਗਲਾ ਦਿਨ ਛੱਡਣਾ ਹੁੰਦਾ ਸੀ, ਉਦੋਂ ਫਿਰ ਅਗਲੇ ਦਿਨ ਜਿਹੜਾ ਵੀ ਪਹੁੰਚਣਾ ਹੁੰਦਾ ਸੀ।
ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਵਾ 3 ਸਾਲ ਲਗਾਤਾਰ ਜਿਹੜਾ ਵਾ ਵੀ ਉਹ ਕੰਮ ਜਿਹੜਾ ਚੱਲਦਾ ਰਿਹਾ। ਇਸ਼ਕ ਤੇ ਪਰਦਾ ਕਿੰਨਾ ਚੱਲ ਰਿਹਾ? ਇਸ਼ਕ ਵੀ ਲਗਭਗ ਰਿਹਾ ਹੀ, ਕਿਉਂਕਿ ਖਾਨ ਜਿਹੜਾ ਵਾ ਉਹ ਸਮਝਦਾ ਸੀਗਾ, ਨੌਜਵਾਨ ਸੀਗਾ ਵੀ ਮੇਰੀ ਭੈਣ ਜਿਹੜੀ ਆ ਵੀ ਇਹਦੇ ਨਾਲ ਗੱਲਬਾਤ ਹੈਗੀ ਆ। ਉਹ ਸਾਨੂੰ ਬਰਦਾਸ਼ਤ ਕਿਉਂ ਕਰਦਾ ਹੈ? ਅਸਲ ਵਿੱਚ ਬਰਦਾਸ਼ਤ ਇਸ ਕਰਕੇ ਕਰਦਾ ਹੈਗਾ ਵੀ ਉਹ ਆਪਣੀ ਲੋੜ ਨੂੰ ਕਰਦਾ ਹੈ। ਪਹਿਲੀ ਗੱਲ ਤੇ ਵੀ ਉਹਨੇ ਸੀਮਾ ਦਾ ਜਿਹੜਾ ਪਹਿਲਾ ਸੀਗਾ ਲਵਰ, ਉਹਦਾ ਕਤਲ ਕੀਤਾ ਹੈ। ਅੱਛਾ। ਉਹਨੂੰ ਕਤਲ ਕਰਕੇ ਤੇ ਉਹਨੂੰ ਸੜਕ ਤੇ ਸੁੱਟਤਾ ਸੀ। ਤੇ ਜਦੋਂ ਸੀਮਾ ਦੇ ਪਿੱਛੇ ਆਣ ਕੇ ਇੱਕ ਹੋਟਲ 'ਚ ਠਹਿਰਿਆ ਤੇ ਉੱਥੇ ਜਾ ਕੇ ਉਹਨੂੰ ਮਿਲ ਕੇ ਵੀ ਆਇਆ ਸੀ ਤੇ ਉੱਥੇ ਉਹਨੂੰ ਡਰਾਵਾ ਦੇ ਕੇ ਆਏਗਾ ਵੀ ਜੇ ਤੂੰ ਨਾ ਹਟਿਆ ਤੇ ਮੈਂ ਤੇਰਾ ਕਤਲ ਕਰਵਾ ਦਿਆਂਗਾ, ਤੇ ਕਤਲ ਕਰਾਤਾ ਉਹਨੂੰ। ਦੂਜਾ ਇਹ ਸੀਗਾ ਉਹਨੂੰ ਸੀਮਾ ਦੀ ਜ਼ਮੀਨ ਤੇ ਬਾਗ ਨਾਲ ਸੀਗਾ ਲਾਲਚ ਕਿ ਜੇ ਮੈਂ ਇਹਦੇ ਨਾਲ ਲੜ ਪਿਆ ਜਾਂ ਇਹਦੇ ਨਾਲ ਬਣਾ ਕੇ ਨਾ ਰੱਖੀ ਤੇ ਇਹ ਜਿਹੜੀ ਜ਼ਮੀਨ ਤੇ ਜਿਹੜੇ ਬਾਗ ਨੇ ਤੇ ਜਿਹੜੇ ਬੈਂਕ ਖਾਤੇ ਨੇ ਇਹ ਜਿਹੜੇ ਆ ਮੇਰੇ ਕੋਲ ਜਾਂਦੇ ਰਹਿਣੇ। ਇਹਦੇ ਤੋਂ ਵੀ ਵੱਡੀ ਗੱਲ ਇਹ ਸੀ ਵੀ ਉਹ ਆਪ ਖੁਦ ਜਿਹੜਾ ਵਾ ਉਹ ਆਪਣੀ ਹੀਰਾ ਮੰਡੀ ਤੇ ਅਕਸਰ ਜਾਂਦਾ ਹੀ ਰਹਿੰਦਾ ਸੀਗਾ, ਜਾਂ ਜਿੰਨੇ ਵੀ ਲਾਹੌਰ ਸ਼ਹਿਰ ਸਾਰਾ ਹੀ ਭਰਿਆ ਸੀਗਾ, ਜਿਸ ਤਰ੍ਹਾਂ ਹੁਣ ਸਾਡੇ ਸ਼ਹਿਰ ਵੀ ਭਰ ਗਏ ਨੇ ਵੀ ਕਾਲਗਰਲਾਂ ਦੇ ਨਾਲ, ਤੇ ਲਾਹੌਰ ਸ਼ਹਿਰ ਉਹਨਾਂ ਦਿਨਾਂ ਦੇ ਜਿਹੜਾ ਸਾਰਾ ਹੀ ਭਰਿਆ ਸੀਗਾ, ਉਹ ਕਦੀ ਕਿਤੇ ਜਾਂਦਾ ਸੀ ਤੇ ਪੂਰਾ ਜਾਚ ਸੀਗਾ। 24 ਘੰਟੇ ਉਹ ਜਿਹੜਾ ਵਾ ਪੀਂਦਾ ਰਹਿੰਦਾ ਸੀਗਾ ਹੀਰੋਇਨ। ਮਰਿਆ ਵੀ ਮੁੜ ਕੇ ਅਖੀਰ ਵਿੱਚ ਆਣ ਕੇ ਉਹ ਕੈਂਸਰ ਨਾਲ ਹੀ, ਕਿਉਂਕਿ ਉਹਨੇ ਇੱਕ ਪੱਕਾ ਬੰਦਾ ਰੱਖਿਆ ਸੀਗਾ ਉਹਦੇ ਵਿੱਚ ਭਰਨ ਵਾਸਤੇ, ਇਹ ਚਰਸ, ਉਹ ਚਰਸ ਭਰਦਾ ਸੀਗਾ ਕਿ ਚੌਥੀ ਪੰਜਵੀਂ ਉਹਨੇ ਹੀਰੋਇਨ ਪੀਣੀ ਤੇ ਬਾਕੀ ਸਿਗਰਟਾਂ ਜਿਹੜੀਆਂ ਨੇ ਉਹਨੇ ਪੀਣੀਆਂ ਚਰਸ ਨਾਲ ਭਰ ਕੇ, ਕਿ ਇੰਨਾ ਜ਼ਿਆਦਾ ਸਮੋਕਰ ਸੀਗਾ ਉਹ। ਤੇ ਉਹ ਇਹਨਾਂ ਕਾਰਨਾਂ ਕਰਕੇ ਫਿਰ ਵੱਡੀ ਗੱਲ ਇਹ ਵੀ ਉਹ ਇੱਧਰ ਦੇ ਰਹਿਣ ਵਾਲੇ ਨਹੀਂ ਸੀ। ਮੈਂ ਕਦੀ ਵੀ ਉਹਨਾਂ ਦੇ ਘਰ ਕਿਸੇ ਗੁਆਂਢੀ ਨੂੰ ਆਏ ਨੂੰ ਜਾਂ ਕਿਸੇ ਗੁਆਂਢਣ ਨੂੰ ਆਈ ਨੂੰ ਨਹੀਂ ਵੇਖਿਆ, ਕਿਉਂਕਿ ਉਹ ਲੰਡੀ ਕੋਤਲ ਦੇ ਏਰੀਏ 'ਚ ਆਏ ਸੀ, ਪਠਾਨ ਸੀਗੇ ਉਹ, ਪਠਾਨ ਮੁਸਲਮਾਨ ਸੀਗੇ। ਤੇ ਉਹਨੂੰ ਇਹ ਵੀ ਸੀ ਵੀ ਸਾਡੇ ਇਹ ਜਿਹੜਾ ਮੁੰਡਾ ਵਾ ਆਉਂਦਾ ਵਾ ਪੜਦੇ ਨਾਲ ਰਹੀ ਜਾਂਦਾ ਵਾ, ਸਾਡੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਗਾ ਹੈਗਾ ਕਿ ਇਹਨਾਂ ਦੇ ਘਰ ਕੌਣ ਆਉਂਦਾ ਕੌਣ ਜਾਂਦਾ ਵਾ। ਇਹ ਜਿਹੜੀਆਂ ਚੀਜ਼ਾਂ ਸੀ ਇਹ ਸਾਰੀਆਂ ਜਿਹੜੀਆਂ ਸਾਡੇ ਦੋਵਾਂ ਦੇ ਜਿਹੜਾ ਇਸ਼ਕ ਆ ਉਹਦੇ ਉੱਤੇ ਪਰਦਾ ਪਾ ਕੇ ਰੱਖਦੀਆਂ ਸੀ ਤੇ ਉਹਨੂੰ ਜਿਹੜਾ ਵਾ ਉਹ ਬਹੁਤਾ ਜਿਹੜਾ ਫੈਲਣ ਨਹੀਂ ਦਿੰਦੀਆਂ ਤੇ ਸਾਡਾ ਦਾਅ ਜਿਹੜਾ ਵਾ ਉਹ ਲਗਾਤਾਰ ਲੱਗਦਾ ਰਹਿੰਦਾ। ਵਿਆਹ ਕਰਾਉਣ ਦੀ ਨਹੀਂ ਸੋਚੀ, ਨਿਕਾਹ ਕਰਾਉਣ ਦੀ ਨਹੀਂ ਸੋਚੀ? ਕੀਤੀ, ਸੋਚੀ, ਬੜੀ ਵਾਰ ਸੋਚੀ। ਜਦੋਂ ਮੈਂ ਉਹਨੂੰ ਇੱਥੇ ਇੰਡੀਆ ਲੈ ਕੇ ਆਇਆ। ਅੱਛਾ, ਇੰਡੀਆ ਵੀ ਲਿਆਏ? ਹਾਂਜੀ। ਉਹ ਕਿਵੇਂ ਲਿਆਏ? ਇੰਡੀਆ ਇਸ ਤਰ੍ਹਾਂ ਵੀ ਜਦੋਂ ਉਹਨੇ ਮੈਨੂੰ ਬਹੁਤ ਘੁਮਾਇਆ ਉੱਧਰ, ਕਿਉਂਕਿ ਇਹਦੇ ਬਾਰੇ ਇੱਕ ਮੈਂ ਵੱਖਰੀ ਕਿਤਾਬ ਵੀ ਲਿਖੀ ਆ ਵੀ ਮੈਂ ਕਸੂਰ ਗਿਆ, ਜੰਡਿਆਲਾ ਸ਼ੇਰ ਖਾਂ ਗਿਆ, ਫਿਰ ਹੋਰ ਸਾਡੇ ਪਿੰਡ ਦੇ ਲੋਕ ਜਿਹੜੇ ਪਿੰਡਾਂ 'ਚ ਉੱਠ ਕੇ ਆਏ ਆ ਭਿੱਖੀਕਿਆਂ ਤੋਂ, ਹੋਰ ਉਹਨਾਂ ਪਿੰਡਾਂ 'ਚ ਵੀ ਗਿਆ। ਉਹਨਾਂ ਲੋਕਾਂ ਨੇ ਕਿਸ ਤਰ੍ਹਾਂ ਮੇਰੀ ਪੱਗਾਂ ਦੇ ਕੇ ਖੇਸ ਦੇ ਕੇ ਮੇਰਾ ਇੱਜ਼ਤ ਮਾਣ ਕੀਤਾ। ਤੇ ਇਹ ਬਾਕੀ ਬੁੱਲੇ ਸ਼ਾਹ ਦੇ ਤੇ ਮੈਂ ਜਾਣਾ ਹੀ ਜਾਣਾ ਸੀਗਾ ਮਜ਼ਾਰ ਤੇ ਜੰਡਿਆਲਾ ਸ਼ੇਰ ਖਾਂ ਵੀ ਗਿਆ, ਵੀ ਹੋਰ ਵੀ ਬਹੁਤ ਗਿਆ। ਵੀ ਇਹਨਾਂ ਬਾਰੇ ਮੈਂ ਇੱਕ ਲਿਖੀ ਆ ਪੂਰੀ ਕਿਤਾਬ, ਉਹ ਲਿਖੀ ਪਈ ਆ। ਹੁਣ ਸਿਰਫ ਮੈਂ ਚਾਹੁੰਦਾ ਵੀ ਸੀਮਾ ਨੂੰ ਇੱਕ ਵਾਰ ਮਿਲ ਲਵਾਂ, ਤੇ ਮੇਰੀ ਖਾਸ਼ ਹੈ ਜ਼ਿੰਦਗੀ ਦੀ ਵੀ ਮੈਂ ਇੱਕ ਵਾਰ ਉਹਨੂੰ ਮਿਲਾਂ ਤੇ ਫਿਰ ਮੈਂ ਕਿਤਾਬ ਦਾ ਐਂਡ ਕਰਾਂ। ਕਿੱਥੇ ਨੇ ਹੁਣ ਉਹ? ਤੇ ਇੰਗਲੈਂਡ ਅੱਜ ਕੱਲ੍ਹ।